ਸੁਖਬੀਰ ਬਾਦਲ ਜੀ ਤਾਂ ਇਵੇਂ ਹੈ ਵੀ ਜੋ ਮੂੰਹ ਚਾਹੀ ਜਾਂਦਾ ਬੋਲੀ ਜਾਂਦੇ ਆ। ਠੀਕ ਜੀ। ਹੈ। ਔਰ ਕਈ ਵਾਰੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਕਿਸ ਮਸਲੇ ਤੇ ਕੀ ਕਹਿਣਾ ਤੇ ਕਿਹਦੇ ਤੇ ਕੀ ਨਹੀਂ ਕਹਿਣਾ। ਠੀਕ ਹੈ। ਗੱਪ ਮਾਰਨ ਦੇ ਵਿੱਚ ਉਹ ਇੰਨੇ ਮਾਹਿਰ ਨੇ ਕਿ ਲੋਕ ਹੁਣ ਉਹਨਾਂ ਨੂੰ ਮਜ਼ਾਕ ਕਰਨ ਲੱਗ ਪਏ, ਕਿਉਂਕਿ ਕਦੇ ਤਾਂ ਉਹ ਕਹਿ ਦਿੰਦੇ ਆ ਮੈਂ ਫਰੀਦਕੋਟ ਨੂੰ ਪਹਿਲਾਂ ਕਹਿੰਦੇ ਸੀ ਕੈਲੀਫੋਰਨੀਆ ਬਣਾ ਦੂੰਗਾ, ਫਿਰ ਕਹਿੰਦੇ ਸੀ ਮੈਂ ਬਠਿੰਡੇ ਨੂੰ ਕੈਲੀਫੋਰਨੀਆ ਬਣਾ ਦੂੰਗਾ, ਫਿਰ ਕਹਿਣ ਲੱਗੇ ਸਾਰੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰਗਾ। ਗੁਰੂ ਦੀ ਗੋਲਕ ਦਾ ਤੁਸੀਂ ਕਥਿਤ ਤੌਰ ਤੇ ਆਪਣੇ ਸਿਆਸੀ ਮਫਾਦ ਵਾਸਤੇ ਦੁਰਉਪਯੋਗ ਕਰਦੇ ਰਹੇ, ਤਾਂ ਤੁਸੀਂ ਕਹਿਣ ਕੀ ਜੋਗੇ ਹੋ? ਕਿਸੇ ਵੱਲ ਜਦੋਂ ਤੁਸੀਂ ਉਂਗਲ ਕਰਦੇ ਹੋ ਤੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਤਾਂ ਸੋਟਾ ਮਾਰ ਲਓ। ਤੁਹਾਡੇ ਮੱਥੇ ਤੇ ਤਾਂ ਇੰਨੇ ਕਲੰਕ ਨੇ ਉਹ ਕਦੇ ਖਤਮ ਹੀ ਨਹੀਂ ਹੋ ਸਕਦੇ। ਸਮਝੌਤਾ ਅੱਜ ਜਾਂ ਕੱਲ ਹੋਵੇਗਾ ਔਰ ਬਹੁਤ ਜਲਦੀ, ਜਿੱਥੋਂ ਤੱਕ ਮੇਰਾ ਮੰਨਣਾ ਹੈ, ਕੈਪਟਨ ਅਮਰਿੰਦਰ ਸਿੰਘ ਜ਼ਰੂਰ ਕੋਈ ਮਤਲਬ ਵੱਡੀ ਗੇਮ ਖੇਡਣਗੇ ਔਰ ਇੱਕੋ ਸਟ੍ਰੋਕ ਨਾਲ ਬਾਜ਼ੀ ਮਾਤ ਕਰ ਦੇਣਗੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। HSN ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਚੰਗੇਰ ਪ੍ਰੋਗਰਾਮ ਦੇ ਵਿੱਚ ਮੈਂ ਸ਼ੀਤਲ ਠਾਕੁਰ ਨਿੱਘਾ ਸਵਾਗਤ ਕਰਦੀ ਹਾਂ। ਹਰ ਰੋਜ਼ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਉਹ ਮੁੱਦੇ ਹੁੰਦੇ ਨੇ ਜਿਹੜੇ ਕਿ ਸਾਡੇ ਸਮਾਜ ਦੇ ਅਨਿੱਖੜਤਾ ਅੰਗ ਹੁੰਦੇ ਨੇ, ਫਿਰ ਚਾਹੇ ਉਹ ਸਿਆਸਤ ਹੋਵੇ ਤੇ ਜਾਂ ਫਿਰ ਹੋਵੇ ਧਰਮ ਦੀ ਗੱਲਬਾਤ। ਔਰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਮੌਜੂਦ ਨੇ ਜਿਹੜੇ ਕਿ ਨੇ ਰਿਟਾਇਰਡ ਸਹਾਇਕ ਨਿਰਦੇਸ਼ਕ ਦੂਰਦਰਸ਼ਨ ਜਲੰਧਰ ਤੋਂ ਮਿਸਟਰ ਬਲਜੀਤ ਸਿੰਘ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ HSN ਟੀਵੀ ਦੇ ਵਿੱਚ। ਸ਼ੁਕਰੀਆ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਰ ਦੇ ਨਾਲ ਜਦੋਂ ਵੀ ਪ੍ਰੋਗਰਾਮ ਕਰੀਦਾ ਨਾ ਤੇ ਇੱਕ ਅਲੱਗ ਹੀ એનર્ਜੀ ਜਿਹੜੀ ਹੈ, ਸਫੁਰਤੀ ਜਿਹੜੀ ਹੈ ਪੂਰੇ ਸਰੀਰ ਦੇ ਵਿੱਚ ਭਰ ਜਾਂਦੀ ਹੈ, ਕਿਉਂਕਿ ਜਿਹੜੇ ਵੀ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੁੰਦੀ ਹੈ, ਉਹਨਾਂ ਮੁੱਦਿਆਂ ਦੇ ਉੱਤੇ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਸੱਚ ਹੈ ਉਹ ਬਾਹਰ ਕੱਢਿਆ ਜਾਵੇ। ਔਰ ਸਰ ਹਰ ਗੱਲ ਦੇ ਉੱਤੇ ਬਿੰਦਾਸ ਬੋਲਦੇ ਨੇ ਔਰ ਖੁੱਲ ਕੇ ਗੱਲਬਾਤ ਕਰਦੇ ਨੇ। ਸੋ ਸਭ ਤੋਂ ਪਹਿਲਾਂ ਜਿਹੜਾ ਇੱਕ ਮੁੱਦਾ ਬੰਗਲਾਦੇਸ਼ ਤੋਂ ਆਇਆ, ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਬੰਗਲਾਦੇਸ਼ ਨਾਲ ਸੰਬੰਧਿਤ ਗੱਲਬਾਤ ਕਰਾਂਗੇ। ਬੰਗਲਾਦੇਸ਼ ਦੇ ਵਿੱਚ ਸਰ ਬਹੁਤ ਜ਼ਿਆਦਾ ਜਿਹੜੀ ਹਿੰਸਾ ਭੜਕ ਚੁੱਕੀ ਹੈ, ਹਿੰਦੂਆਂ ਦੇ ਉੱਤੇ ਬਹੁਤ ਜ਼ਿਆਦਾ ਹਿੰਸਕ ਜਿਹੜੇ ਨੇ ਕਾਰਨਾਮੇ ਹੋ ਰਹੇ ਨੇ। ਉਹਨਾਂ ਦੇ ਪਹਿਲਾਂ ਮੰਦਿਰਾਂ ਨੂੰ ਤੋੜਿਆ ਗਿਆ, ਦੁਰਗਾ ਪੂਜਾ ਦੀ ਜਿਹੜੀ ਹੋ ਰਹੀ ਸੀ ਉੱਥੇ ਹਿੰਦੂ ਇਕੱਠੇ ਸਨ, ਦੁਰਗਾ ਦੀ ਮੂਰਤੀ ਨੂੰ ਤੋੜਿਆ ਗਿਆ ਤੇ ਹੁਣ ਲਗਭਗ ਕਹਿ ਰਹੇ ਨੇ ਕਿ ਕਾਫੀ ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਉਹ ਉੱਥੇ ਜਿਹੜੇ ਵੀ ਲੋਕ ਇਹ ਹਿੰਸਾ ਭੜਕਾ ਰਹੇ ਨੇ, ਮਾਰ ਰਹੇ ਨੇ ਹਿੰਦੂਆਂ ਨੂੰ, ਕੀ ਉਹ ਇਹ ਚਾਹੁੰਦੇ ਨੇ ਕਿ ਬੰਗਲਾਦੇਸ਼ ਦੇ ਵਿੱਚੋਂ ਹਿੰਦੂ ਭੱਜ ਜਾਣ? ਦੇਖੋ ਸ਼ੀਤਲ ਜੀ, ਗੱਲ ਇਹ ਹੈ, ਦੁਨੀਆ ਦੇ ਵਿੱਚ ਧਰਮ ਦੀ ਜਿਹੜੀ ਭੂਮਿਕਾ ਹੈ ਜੀ, ਇਹ ਸ਼ੁਰੂ ਤੋਂ ਹੀ ਐਸੀ ਰਹੀ ਹੈ ਕਿ ਧਰਮ ਦਾ ਮਤਲਬ ਹੈ ਨਫ਼ਰਤ ਦਾ ਪਸਾਰਾ ਜੀ, ਲੋਕਾਂ ਨੂੰ ਵੰਡਣ ਦਾ ਇੱਕ ਤਰੀਕਾ, ਇੱਕ ਦੂਜੇ ਖਿਲਾਫ ਭੜਕਾਉਣ ਤੇ ਲੜਾਉਣ ਦਾ, ਇੱਕ ਦੂਜੇ ਨੂੰ ਮਾਰਨ ਦਾ। ਆਪ ਨੂੰ ਯਾਦ ਹੋਵੇਗਾ ਕਿ ਹਿਟਲਰ ਨੇ ਜਿਊਜ਼ ਨੂੰ ਕਿੰਨਾ ਮਤਲਬ ਉਹਨਾਂ ਦਾ ਕਤਲੇਆਮ ਕੀਤਾ ਸੀ ਜੀ। ਔਰ ਉਹ ਕਤਲੇਆਮ ਮਨੁੱਖਤਾ ਦੇ ਚਿਹਰੇ ਉੱਪਰ ਸਭ ਤੋਂ ਵੱਧ ਨੁਮਾਇੰਦਾ ਹੋ ਗਿਆ। ਜੀ ਜੀ ਜੀ। ਸਾਡੇ ਮੁਲਕ ਦੀ ਵੰਡ ਹੈ ਜਿਹੜੀ 1947 ਚ ਹੁੰਦੀ ਹੈ, ਉਸ ਵੇਲੇ ਵੀ ਧਰਮ ਨੂੰ ਆਧਾਰ ਬਣਾ ਕੇ ਅਸੀਂ ਇੱਕ ਦੂਜੇ ਨੂੰ ਵੱਢਿਆ ਟੁੱਕਿਆ ਔਰ ਉਹ ਜ਼ਖਮ ਜਿਹੜੇ ਨੇ ਅਜੇ ਤੱਕ ਨਹੀਂ ਭਰੇ, ਨਾਸੂਰ ਬਣ ਗਏ। ਔਰ ਹੁਣ ਦੋਵੇਂ ਮੁਲਕਾਂ ਦੇ ਲੋਕ ਨੇ ਜਿਹੜੀਆਂ ਉਸ ਤੋਂ ਬਾਅਦ ਪੀੜ੍ਹੀਆਂ ਆਈਆਂ, ਉਹ ਇਸ ਗੱਲ ਤੇ ਪਛਤਾਵਾ ਕਰਦੀਆਂ ਨੇ ਕਿ ਉਹ ਖੂਨੀ ਅਧਿਆਏ ਕਿਉਂ ਲਿਖਿਆ ਗਿਆ ਸਾਡੀ ਜੀਵਨ ਗਾਥਾ ਦੇ ਵਿੱਚ। ਔਰ ਜਦੋਂ ਵੀ ਅਸੀਂ ਉੱਥੇ ਜਾਂਦੇ ਹਾਂ ਅਸੀਂ ਰੋਂਦੇ ਹਾਂ ਔਰ ਉਹ ਵੀ ਰੋਂਦੇ ਆ। ਤਾਂ ਗੱਲ ਇਹ ਹੈ ਕਿ ਜਦੋਂ ਵੀ ਧਰਮ ਨੂੰ ਨਫ਼ਰਤ ਦਾ ਹਥਿਆਰ ਬਣਾਇਆ ਜਾਂਦਾ ਤਾਂ ਉਦੋਂ ਜਿਹੜੇ ਸਿੱਟੇ ਹੁੰਦੇ ਨੇ ਬੜੇ ਹੌਲਨਾਕ ਹੁੰਦੇ ਨੇ, ਨਤੀਜਾ ਬੜਾ ਖਤਰਨਾਕ ਹੁੰਦਾ। ਸਾਡੇ ਮੁਲਕ ਵਿੱਚ ਇੱਥੇ ਘੱਟ ਗਿਣਤੀਆਂ ਤੇ ਤਸ਼ੱਦਦ ਨਹੀਂ ਹੋਇਆ। ਫਰਵਰੀ ਵਿੱਚ ਗੁਜ਼ਸ਼ਤਾ ਸਾਲ ਜਦੋਂ ਦਿੱਲੀ ਦੰਗੇ ਹੋਏ, ਉਦੋਂ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਡਰਾਇਆ ਗਿਆ, ਗੋਲੀ ਮਾਰੋ ਸਾਲੋਂ ਕੋ, ਪਾਕਿਸਤਾਨ ਜਾਓ ਦੇ ਨਾਰੇ ਲਗਾਏ ਗਏ। ਜਿਹੜੇ ਵਿਅਕਤੀਆਂ ਨੇ ਇਹ ਉਪਦਰਵ ਮਚਾਇਆ, ਬਦਅਮਨੀ ਖਿਲਾਰੀ, ਨਫ਼ਰਤੀ ਉੱਥੇ ਫੈਲਾਈ, ਉਹਨਾਂ ਨੂੰ ਤਾਂ ਕੁਝ ਨਹੀਂ ਹੋਇਆ। ਔਰ ਜਿਨ੍ਹਾਂ ਨੇ ਜਮਹੂਰੀ ਕਦਰਾਂ ਕੀਮਤਾਂ ਦਾ ਪਰਚਮ ਬੁਲੰਦ ਕੀਤਾ ਔਰ ਜਿਹੜੇ ਸੰਵਿਧਾਨਕ ਕਦਰਾਂ ਕੀਮਤਾਂ ਦੇ ਰਖਵਾਲਿਆਂ ਵਜੋਂ ਅੱਗੇ ਆਏ ਔਰ ਉਹਨਾਂ ਨੂੰ ਰੋਕਣ ਲੱਗੇ, ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ। ਇਹ ਹਰ ਮੁਲਕ 'ਚ ਇਸ ਤਰ੍ਹਾਂ ਹੁੰਦਾ। ਕਿਤੇ ਤੁਸੀਂ ਵੇਖਿਆ ਹੋਣਾ ਅਫਗਾਨਿਸਤਾਨ ਵਿੱਚ ਸ਼ੀਆ ਸੁੰਨੀ, ਇਰਾਕ ਦੇ ਵਿੱਚ ਵੀ ਇਹੀ ਮਸਲੇ ਚੱਲਦੇ ਰਹਿੰਦੇ ਨੇ। ਕਦੇ ਉਹਨਾਂ ਦੇ ਮਤਲਬ ਸੈਂਕੜੇ ਮਾਰ ਗਏ, ਕਦੇ ਬੰਬ ਧਮਾਕਾ ਕਿਸੇ ਮਸਜਿਦ 'ਚ ਹੋ ਗਿਆ। ਠੀਕ ਹੈ। ਅਫਗਾਨਿਸਤਾਨ ਵਿੱਚ ਸਿੱਖਾਂ ਨੂੰ, ਕਿਉਂਕਿ ਉੱਥੇ ਘੱਟ ਗਿਣਤੀ 'ਚ ਨੇ, ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਵਿੱਚ ਵੀ ਮੰਦਿਰਾਂ ਦੀ ਬੇਅਦਬੀ ਕੀਤੀ ਗਈ। ਇਹ ਜਿਹੜਾ ਦੌਰ ਹੈ, ਇਹਦੇ ਵਿੱਚ ਧਰਮ ਹੈ ਨਾ ਜਿਹੜਾ, ਉਹਦਾ ਮੁਹੱਬਤ ਨਾਲ
ਦਇਆ ਨਾਲ ਸੰਬੰਧ ਨਹੀਂ, ਕੋਈ ਸੰਬੰਧ ਨਹੀਂ ਹੈ। ਸੋ ਕਹਿਣ ਦਾ ਭਾਵ ਹੈ ਕਿ ਧਰਮ ਦੇ ਆਧਾਰ ਦੇ ਉੱਤੇ ਜਿਹੜੇ ਨੇ ਇਹ ਫਿਰਕਾ ਪ੍ਰਸਤੀ ਫੈਲਾਈ ਜਾ ਰਹੀ ਹੈ, ਦਹਿਸ਼ਤਗਰਦੀ ਫੈਲਾਈ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਬੰਗਲਾਦੇਸ਼ ਸਿਰਫ ਹੁਣ ਮੁਸਲਿਮ ਕੰਟਰੀ ਬਣਾਉਣਾ ਚਾਹੁੰਦੇ ਨੇ, ਕਿਉਂਕਿ ਇੱਕ ਬਿਆਨ ਆਇਆ ਜਿਹੜੇ ਉੱਥੇ ਦੇ ਇੱਕ ਰਾਈਟਰ ਸੀਗੀ ਤਸਲੀਮਾ, ਉਹਨਾਂ ਨੇ, ਉਹ ਸ਼ਾਇਦ ਕੱਢੇ ਜਾ ਚੁੱਕੇ ਨੇ ਬੰਗਲਾਦੇਸ਼ ਚੋਂ, ਕਿਉਂਕਿ ਤਸਲੀਮਾ ਨਸਰੀਨ ਦੀ ਜੀ ਉਹ ਬਹੁਤ ਬੇਤਾਕ ਲਿਖਦੀ ਸੀ ਔਰਤ, ਤੇ ਉਹਨੂੰ ਵੀ ਬੰਗਲਾਦੇਸ਼ ਚੋਂ ਕੱਢਿਆ ਗਿਆ। ਉਹਨਾਂ ਦਾ ਅੱਜ ਬਿਆਨ ਆਇਆ ਹੈ ਕਿ ਹੁਣ ਬੰਗਲਾਦੇਸ਼ ਨੂੰ ਸਿਰਫ ਬੰਗਲਾਦੇਸ਼ ਨਹੀਂ ਕਿਹਾ ਜਾਊਗਾ, ਇਹਨੂੰ ਜਿਹਾਦਿਸਤਾਨ ਕਿਹਾ ਜਾਊਗਾ। ਬਿਲਕੁਲ ਠੀਕ ਹੈ। ਦੇਖੋ, ਜਿਹੜੇ ਤਾਂ ਦੁਨੀਆ ਦੇ ਸਿਆਣੇ ਲੋਕ ਨੇ, ਸਿਆਣੇ ਸਿਆਸਤਦਾਨ ਨੇ, ਸਿਆਣੇ ਬੁੱਧੀਜੀਵੀ ਨੇ, ਸਿਆਣੇ ਪੱਤਰਕਾਰ ਨੇ ਜਾਂ ਆਮ ਨਾਗਰਿਕ ਨੇ, ਉਹ ਤਾਂ ਇਹ ਸਮਝਦੇ ਨੇ ਵੀ ਇਹ ਜਿਹੜੇ ਲੋਕ ਧਰਮ ਨੂੰ ਇੱਕ ਹਥਿਆਰ ਬਣਾ ਕੇ ਜੀ ਲੋਕਾਂ ਅੰਦਰ ਕੰਧਾਂ ਦੀਵਾਰਾਂ ਖੜੀਆਂ ਕਰਦੇ ਨੇ, ਇਹ ਸਭ ਤੋਂ ਵੱਡੇ ਸ਼ੈਤਾਨ ਨੇ ਜੀ। ਦੇਖੋ, ਗੱਲ ਇਹ ਹੈ, ਜੇ ਸਮਝਿਆ ਜਾਵੇ ਬ੍ਰੌਡਰ ਸੈਂਸ ਦੇ ਵਿੱਚ, ਤਾਂ ਮੈਨੂੰ ਕੁਰਾਨ ਪਾਕ ਵੀ ਉਨੀ ਅਜ਼ੀਜ਼ ਹੈ ਜਿੰਨੀ ਮੈਨੂੰ ਗੀਤਾ ਅਜ਼ੀਜ਼ ਹੈ ਜੀ। ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਉਹਨੇ ਅਜ਼ੀਜ਼ ਨੇ ਜਿੰਨੀ ਰਮਾਇਣ ਅਜ਼ੀਜ਼ ਹੈ ਜੀ। ਜੇ ਤਾਂ ਮੇਰੀ ਸੋਚ ਇਹ ਹੈ ਤਾਂ ਫਿਰ ਦੁਨੀਆ 'ਚ ਕੋਈ ਤਫਰਕਾਤ ਨਹੀਂ, ਕੋਈ ਨਫ਼ਰਤ ਨਹੀਂ, ਸਿਰਫ ਮੁਹੱਬਤ ਦੀ ਨਹਿ ਵਗੇਗੀ ਜੀ। ਤੇ ਜੇ ਮੈਂ ਇਹ ਸੋਚ ਲਿਆ ਕਿ ਕੁਰਾਨ ਪਾਕ ਮੁਸਲਮਾਨਾਂ ਦੀ ਬਿਲਕੁਲ, ਔਰ ਮੇਰਾ ਜਿਹੜਾ ਕਰਤੱਵ ਹੈ ਉਹ ਇਹ ਹੈ ਕਿ ਮੈਂ ਉਸ ਦੀ ਬੇਅਦਬੀ ਕਰਾਂ ਜੀ, ਤੇ ਜੇ ਕੋਈ ਮੁਸਲਮਾਨ ਇਹ ਸਮਝਦਾ ਹੈ ਕਿ ਗੀਤਾ ਜਿਹੜੀ ਹੈ ਉਹ ਮੇਰੀ ਦੁਸ਼ਮਣ ਹੈ, ਜੇ ਕੋਈ ਹਿੰਦੂ ਇਹ ਸਮਝਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਮੇਰੀ ਆਸਥਾ ਨਹੀਂ, ਕੋਈ ਦੁਨੀਆ ਦਾ ਗ੍ਰੰਥ ਐਸਾ ਨਹੀਂ ਹੈ ਜਿਹਦੇ ਵਿੱਚ ਧਰਮ ਨੂੰ ਸਿਰਫ ਮੁਹੱਬਤ ਦਾ ਪੈਗਾਮ ਸਮਝਿਆ ਗਿਆ, ਔਰ ਇਸ ਤੋਂ ਵੱਧ ਧਰਮ ਦੀ ਕੋਈ ਪਰਿਭਾਸ਼ਾ ਨਹੀਂ। ਗੱਲ ਇਹ ਹੈ ਕਿ ਇਹਨਾਂ ਸਾਰੇ ਗ੍ਰੰਥਾਂ ਦੀ ਜਿਹੜੀ ਵਿਆਖਿਆ ਹੈ ਨਾ, ਲੋਕਾਂ ਤੱਕ ਗਲਤ ਢੰਗ ਦੇ ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਧਰਮ ਦੇ ਆਧਾਰ ਦੇ ਉੱਤੇ ਨਫ਼ਰਤ ਜਿਹੜੀ ਹੈ ਫੈਲਾਈ ਜਾ ਰਹੀ ਹੈ। ਮੈਂ ਜਿਹੜੀ ਤੁਸੀਂ ਸਵਾਲ ਕੀਤਾ ਹੈ, ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਕੀ ਬੰਗਲਾਦੇਸ਼ ਨੂੰ ਹੁਣ ਇੱਕ ਨਿਰੋਲ ਇਸਲਾਮਿਕ ਸਟੇਟ ਜਾਂ ਜਿਹਾਦਿਸਤਾਨ ਬਣਾਇਆ ਜਾ ਰਿਹਾ ਜੀ। ਵੇਖੋ, ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ ਨਾ, ਤਿੰਨ ਸਾਡੇ ਵੱਲ ਨੂੰ ਹੁੰਦੀਆਂ ਨੇ। ਕਿਸੇ ਵੀ ਫਿਰਕੇ ਉੱਪਰ ਧਰਮ ਦੇ ਆਧਾਰ ਤੇ ਜ਼ੁਲਮ ਕਰਨਾ ਇਨਸਾਨੀਅਤ ਨਹੀਂ ਜੀ, ਹੈਵਾਨੀਅਤ ਹੈ। ਸਾਡੇ ਮੁਲਕ ਦੇ ਵਿੱਚ ਬੜਾ ਕੁਝ ਹੋਇਆ, ਘੱਟ ਗਿਣਤੀ ਫਿਰਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਤੇ ਤਸ਼ੱਦਦ ਹੋਇਆ, ਉਹਨਾਂ ਦੇ ਲੋਕ ਮਾਰੇ ਗਏ ਨੇ, ਇੱਥੋਂ ਤੱਕ ਕਿ ਜਿਹੜੀਆਂ ਆਰਥਿਕ ਤੌਰ ਤੇ ਕਮਜ਼ੋਰ ਸ਼੍ਰੇਣੀਆਂ ਨੇ, ਜਿਨ੍ਹਾਂ ਨੂੰ ਕਿਸੇ ਮੂਰਖ ਨੇ ਦਲਿਤ ਦਾ ਨਾਮ ਦਿੱਤਾ ਹੈ, ਪਰ ਮੈਂ ਇਸ ਦੇ ਬਿਲਕੁਲ ਬਰਖਲਾਫ ਹਾਂ, ਉਹ ਸ਼੍ਰੇਣੀਆਂ ਉੱਪਰ ਕਦੇ ਕੋਈ ਇਲਜ਼ਾਮ ਲਾ ਕੇ, ਕਦੇ ਇੱਕ ਬੱਚੇ ਨੂੰ ਮੰਦਿਰ ਵਿੱਚ ਵੜ ਗਿਆ, ਉਹਨੂੰ ਕੁੱਟਿਆ ਮਾਰਿਆ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ, ਉਹ ਇਸ ਗੱਲ ਦੀਆਂ ਸ਼ਾਹਿਦ ਨੇ, ਜ਼ਾਮਿਨ ਨੇ ਕਿ ਸਾਨੂੰ ਇੰਨੀਆਂ ਸਦੀਆਂ ਤੋਂ ਬਾਅਦ ਵੀ ਅਕਲ ਨਹੀਂ ਆਈ, ਬਦਤਮੀਜ਼ੀ ਸਾਡੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਠੀਕ, ਹੁਣ ਬੰਗਲਾਦੇਸ਼ 'ਚ ਜਿਹੜੇ ਹਿੰਦੂ ਇਹ ਜ਼ੁਲਮ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਲੈ ਕੇ ਆਵੇ, ਔਰ ਹਰ ਉਸ ਮੁਲਕ ਵਿੱਚ ਜਿੱਥੇ ਕਿਸੇ ਘੱਟ ਗਿਣਤੀ ਤੇ ਤਸ਼ੱਦਦ ਹੋਇਆ, ਉਹ ਭਾਵੇਂ ਅਫਗਾਨਿਸਤਾਨ, ਉਹ ਭਾਵੇਂ ਸ਼੍ਰੀਲੰਕਾ, ਉਹ ਭਾਵੇਂ ਬੰਗਲਾਦੇਸ਼ ਹੈ, ਉਹ ਭਾਵੇਂ ਨੇਪਾਲ ਹੈ, ਜਿਹੜੇ ਸਾਡੇ ਗੁਆਂਢੀ ਮੁਲਕ ਨੇ, ਉੱਥੇ ਭਾਵੇਂ ਮੁਸਲਮਾਨਾਂ ਤੇ ਤਸ਼ੱਦਦ ਹੋਇਆ, ਯਾਨੀ ਮੁਸਲਮਾਨਾਂ ਦੇ ਕਿਸੇ ਘੱਟ ਗਿਣਤੀ ਫਿਰਕੇ ਤੇ ਤਸ਼ੱਦਦ ਹੋਇਆ, ਤਾਂ ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਨੂੰ ਜੀਓ ਆ ਕਹੀਏ ਤੇ ਗੜ ਲਾਈਏ। ਪਰ ਲੇਕਿਨ ਕਾਨੂੰਨ ਐਸੇ ਬਣਾ ਦਿੱਤੇ ਗਏ ਨੇ ਕਿ ਇਹਦੇ ਵਾਸਤੇ ਕਾਨੂੰਨ ਹੋਰ ਹੈ, ਉਹਦੇ ਵਾਸਤੇ ਕਾਨੂੰਨ ਹੋਰ ਹੈ, ਉਹਦੇ ਵਾਸਤੇ ਕਾਨੂੰਨ। ਸੋ ਇਸੇ ਕਾਨੂੰਨ ਦੇ ਉੱਤੇ ਗੱਲ ਆਂਦੀ ਹੈ ਜਿਹੜਾ ਸੀਏ ਕਾਨੂੰਨ ਬਣਾਇਆ ਗਿਆ, ਜਿਹਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਹੈ, ਕਈ ਇਹਦੇ ਹੱਕ 'ਚ ਨੇ, ਕਈ ਇਹਦੇ ਬਰਖਲਾਫ ਬੋਲਦੇ ਨੇ। ਸੋ ਅੱਜ ਜਿਹੜੇ ਸੀਏ ਕਾਨੂੰਨ ਦੇ ਵਿਰੋਧੀ ਨੇ, ਹੁਣ ਉਹ ਕਿਉਂ ਚੁੱਪ ਬੈਠੇ ਨੇ ਜਦੋਂ ਉੱਥੇ ਹਿੰਦੂਆਂ ਦੇ ਉੱਤੇ ਇੰਨੀ ਹਿੰਸਾ ਹੋ ਰਹੀ ਹੈ? ਤਾਂ ਗੱਲ ਇਹ ਹੈ ਕਿ ਕੋਈ ਵੀ ਸਰਕਾਰ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਦੇ ਹੱਕ 'ਚ ਨਹੀਂ, ਪਰ ਮੁਜ਼ਾਹਰਾ ਉਹ ਇਹ ਕਰਦੀ ਹੈ ਕਿ ਮੈਂ ਸੰਵਿਧਾਨਕ ਕਦਰਾਂ ਕੀਮਤਾਂ ਦੀ ਰਾਖੀ ਲਈ ਵਚਨਬੱਧ ਹਾਂ, ਮੈਨੂੰ ਜਮਹੂਰੀਅਤ ਦੀ ਅਜ਼ਮਤ ਪਿਆਰੀ ਹੈ, ਸਾਰੀਆਂ ਗੱਲਾਂ ਕਰਦੀ ਹੈ, ਪਰ ਪਸੇ ਪਰਦਾ ਜਿਹੜੀ ਸੋਚ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ। ਜਿਵੇਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਮੁੱਖ ਬਹੁਤ ਵਾਰੀ ਇਹ ਕਹਿ ਚੁੱਕੇ ਨੇ ਕਿ ਹਿੰਦੁਸਤਾਨ ਵਿੱਚ ਕਿਸੇ ਹੋਰ ਗਿਣਤੀ ਦਾ ਵਜੂਦ ਜੇ ਹਿੰਦੂ ਨਹੀਂ ਹੈ ਤਾਂ ਫਿਰ ਉਹ ਭਾਰਤਵਾਸੀ ਨਹੀਂ ਹੈ ਜੀ। ਇਹ ਗੱਲ ਉਹਨਾਂ ਨੇ ਬਹੁਤ ਵਾਰੀ ਦਰੜਾਈ ਹੈ ਕਿ ਹਿੰਦੁਸਤਾਨ ਵਿੱਚ ਹਰ ਵਿਅਕਤੀ ਜੇ ਆਪਣੇ ਆਪ ਨੂੰ ਹਿੰਦੂ ਤਸਲੀਮ ਕਰਦਾ ਹੈ ਤਾਂ ਉਹਨੂੰ ਇਸ ਮੁਲਕ 'ਚ ਰਹਿਣ ਦਾ ਹੱਕ ਹੈ, ਬਾਕੀ ਹੋਰ ਕਿਸੇ ਬੰਦੇ ਦੀ ਕੋਈ ਆਇਡੈਂਟੀਟੀ, ਕੋਈ ਪਹਿਚਾਣ ਨਹੀਂ ਹੈ। ਜਦੋਂ ਤੁਹਾਡੀ ਸੋਚ ਇੱਥੇ ਖੜੀ ਹੈ, ਠੀਕ, ਫਿਰ ਤੁਸੀਂ ਗਰੋ ਕਿਵੇਂ ਕਰੋਗੇ, ਇਸ ਮੁਲਕ ਦਾ ਵਿਕਾਸ ਕਿਵੇਂ ਹੋਵੇਗਾ? ਤੁਸੀਂ ਇਹ ਸਵਾਲ ਪੁੱਛਦੇ ਹੋ ਕਿ 70 ਸਾਲਾਂ 'ਚ ਫਲਾਂ ਸਿਆਸੀ ਜਮਾਤ ਨੇ ਕੀ ਕੀਤਾ, ਤੇ
ਗੱਲ ਇਹ ਹੈ ਕਿ 6 ਸਾਲਾਂ 7 ਸਾਲਾਂ ਦੇ ਵਿੱਚ ਤੁਸੀਂ ਮੁਲਕ ਨੂੰ ਕਿੱਥੇ ਲੈ ਆਏ? ਕਿੱਥੇ ਲੈ ਜੀ, ਉੱਥੇ ਲੈ ਆਏ ਨਾ ਜਿੱਥੇ ਚੱਪੇ ਚੱਪੇ ਤੇ ਤੁਸੀਂ ਧਰਮ ਦੀਆਂ ਜਾਤ ਪਾਤ ਦੀਆਂ ਗੱਲਾਂ ਕਰਦੇ ਹੋ। ਇਹਨਾਂ ਗੱਲਾਂ ਦੇ ਉੱਤੇ ਦੀਵਾਰਾਂ ਖੜੀਆਂ ਕਰਦੇ, ਦੀਵਾਰਾਂ ਖੜਾ ਕਰਦੇ ਆ ਲੋਕਾਂ ਦੇ ਮਨਾਂ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਵਧਾ ਕੇ ਵਿਤਕਰੇ ਪੈਦਾ ਕੀਤੇ ਜਾ ਰਹੇ ਨੇ। ਹੁਣ ਇਹ ਹੈ ਕਿ ਦੁਨੀਆ ਦੇ ਸਾਰੇ ਧਰਮ, ਦੁਨੀਆ ਦੇ ਸਾਰੇ ਲੋਕ, ਦੁਨੀਆ ਚ ਹਰ ਮੁਲਕ ਚ ਵਸਣ ਵਾਲੀ ਘੱਟ ਗਿਣਤੀ, ਜੇ ਕਿਸੇ ਵੀ ਮੁਲਕ ਚ ਕੋਈ ਘੱਟ ਗਿਣਤੀ ਮਹਿਫੂਜ਼ ਨਹੀਂ ਹੈ, ਉਹਦੀ ਜਾਨੋ ਮਾਲ ਨੂੰ ਖਤਰਾ ਹੈ, ਉਹਦੇ ਬੱਚਿਆਂ ਨੂੰ ਖਤਰਾ ਹੈ, ਤਾਂ ਫਿਰ ਇਹ ਆਲਮੀ ਸੰਸਥਾ ਦਾ ਫਰਜ਼ ਬਣਦਾ ਜਿਹਨੂੰ ਆਪਾਂ ਯੂਨਾਈਟਿਡ ਨੇਸ਼ਨਸ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਉਹ ਇਹਨਾਂ ਦੀ ਜਾਨੋ ਮਾਲ ਦੀ ਰਾਖੀ ਲਈ ਅੱਗੇ ਆਵੇ ਜੀ। ਫਿਰ ਜਿਹੜੇ ਗਵਾਂਢੀ ਮੁਲਕ ਨੇ, ਜਿਵੇਂ ਬੰਗਲਾਦੇਸ਼ ਦੇ ਅਸੀਂ ਗਵਾਂਢੀ ਮੁਲਕ ਹਾਂ, ਔਰ ਇਹ ਬਹੁਤ ਵੱਡੀ ਗੱਲ ਹੈ ਕਿ 1971 ਦੀ ਜੰਗ 'ਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕੋ ਹੀ ਸਟ੍ਰੋਕ ਨਾਲ ਬਾਂਹ ਵੱਢ ਕੇ ਅਲੱਗ ਕਰਤੀ ਸੀ ਜੀ ਜੀ ਜੀ। ਉਹਨਾਂ ਨੇ ਕੋਈ ਦਾਅਵਾ ਨਹੀਂ ਕੀਤਾ ਸੀਗਾ। ਇਹ ਸ਼ਾਇਦ ਹੁਣ ਇਹ ਸਮਝਦੇ ਨੇ ਕਿ ਕੱਲ ਤੱਕ ਤਾਂ ਸਾਡੇ ਉਹਨਾਂ ਦੇ ਨਾਲ ਤਾਲੁਕਾਤ ਬਹੁਤ ਵਧੀਆ ਸੀ, ਜਦ ਤੱਕ ਸ਼ੇਖ ਮੁਜੀਬੁਰ ਰਹਿਮਾਨ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਬੇਟੀ ਆਈ ਤਾਂ ਬੜੇ ਇਸ ਤਰ੍ਹਾਂ ਦੇ ਹੋਏ, ਸਾਡੇ ਸੰਬੰਧ ਬਹੁਤ ਵਧੀਆ ਰਹੇ, ਬੜੇ ਪਿਆਰ ਵਾਲੇ ਰਹੇ, ਇਸ ਤਰ੍ਹਾਂ ਦਾ ਕੋਈ ਉੱਥੇ ਹੱਲਾ ਗੁੱਲਾ ਨਹੀਂ ਹੋਇਆ। ਲੇਕਿਨ ਹੁਣ ਉੱਥੇ ਜਿਸ ਤਰ੍ਹਾਂ ਦਾ ਨਿਜ਼ਾਮ ਹੈ, ਉਹ ਇਹ ਸਮਝ ਰਿਹਾ ਕਿ ਇਸ ਮੁਲਕ ਨੂੰ ਕੋਈ ਘੱਟ ਗਿਣਤੀ ਗਵਾਰਾ ਨਹੀਂ ਹੈ। ਪਰ ਸਾਨੂੰ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਮੁਸਲਮਾਨ ਤਾਂ ਹਿੰਦੁਸਤਾਨ 'ਚ ਵੀ ਬਹੁਤ ਨੇ ਜੀ। ਅੱਛਾ, ਹੁਕੂਮਤਾਂ ਜੋ ਮਰਜ਼ੀ ਸੋਚਦੀਆਂ ਹੁਣ, ਪਰ ਲੋਕਾਂ ਦੇ ਅੰਦਰ ਜਦੋਂ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਯਾਰ ਉੱਥੇ ਹਿੰਦੂ ਮਾਰਤੇ, ਇੱਥੇ ਉਹਦੀ ਰਿਟੈਲੀਏਸ਼ਨ ਹੁੰਦੀ ਹੈ। ਗੱਲ ਇਹ ਹੁੰਦੀ ਹੈ ਕਿ ਲੋਕ ਇਸ ਜ਼ਹਿਰ 'ਚ ਫਸ ਜਾਂਦੇ ਨੇ, ਇਸ ਦਲਦਲ 'ਚ ਫਸ ਜਾਂਦੇ ਨੇ, ਔਰ ਉਹਦੇ ਨਤਾਇਜ ਜਿਹੜੇ ਹੁੰਦੇ ਆ ਬੜੇ ਮਾੜੇ ਹੁੰਦੇ ਆ, ਬਹੁਤ ਮਾੜੇ ਹੁੰਦੇ ਆ। ਸੋ ਰਿਸ਼ਤੇ ਦੀ ਗੱਲ ਕਰਦੇ ਆ, ਤੁਸੀਂ ਜਿਵੇਂ ਕਿ ਕਿਹਾ ਕਿ ਬੰਗਲਾਦੇਸ਼ ਦੇ ਨਾਲ ਭਾਰਤ ਦੇ ਬਹੁਤ ਵਧੀਆ ਰਿਸ਼ਤੇ ਬਣੇ ਰਹੇ ਨੇ, ਕਦੀ ਵੀ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਜਿਹਦੇ ਵਿੱਚ ਰਿਸ਼ਤੇ 'ਚ ਖਟਾਸ ਆਈ ਹੋਵੇ। ਪਰ ਹੁਣ ਜਿਹੋ ਜੀ ਖਬਰ ਆ ਰਹੀ ਹੈ, ਜਿਵੇਂ ਕਿ ਤੁਸੀਂ ਕਿਹਾ ਕਿ ਇਹੀ ਕਿਹਾ ਜਾ ਰਿਹਾ ਕਿ ਹਿੰਦੂਆਂ ਨੂੰ ਮਾਰਿਆ ਜਾ ਰਿਹਾ, ਇਹਦਾ ਜਿਹੜਾ ਅਸਰ ਹੈ ਬੜਾ ਮਾੜਾ ਹੁੰਦਾ ਹੈ। ਕੀ ਇਹ ਅਸਰ ਭਾਰਤ ਦੇ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਦੇ ਉੱਤੇ ਫਰਕ ਨਹੀਂ ਪਾਏਗਾ? ਬਿਲਕੁਲ ਪਾਏਗਾ, ਯਕੀਨਨ ਪਾਏਗਾ। ਉਹਦਾ ਕਾਰਨ ਇਹ ਹੁੰਦਾ ਕਿ ਦੇਖੋ, ਸਾਨੂੰ ਇਹ ਲੱਗਦਾ ਕਿ ਹਿੰਦੁਸਤਾਨ ਚੋਂ ਹਿੰਦੂ ਵੱਖੋ ਵੱਖਰੇ ਮੁਲਕਾਂ 'ਚ ਪਲਾਇਨ ਕੀਤਾ ਉਹਨਾਂ ਨੇ ਜੀ, ਔਰ ਬਹੁਤ ਸਾਰੇ ਐਸੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਬਹੁ ਗਿਣਤੀ 'ਚ ਨੇ ਜੀ, ਇੱਥੋਂ ਤੱਕ ਕਿ ਹਿੰਦੂ ਹੀ ਉਹਨਾਂ ਮੁਲਕਾਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਬਣੀ ਜਾਂਦੇ ਨੇ ਜੀ ਜੀ ਜੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਹਿੰਦੂ ਦੀ ਰਖਵਾਲੀ ਕਰਨ, ਉਹਦੀ ਸੁਰੱਖਿਆ ਦਾ ਜ਼ਿੰਮਾ ਹਿੰਦੁਸਤਾਨ ਦਾ ਹੈ, ਉਹ ਜਿੱਥੇ ਵੀ ਮਰਜ਼ੀ ਵਸਦਾ, ਔਰ ਜੇ ਉਹ ਤੰਗ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਉਸ ਦਾ ਦਰਦ ਹੁੰਦਾ, ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਸ ਨੂੰ ਮਹਿਫੂਜ਼ ਰੱਖਣ ਵਾਸਤੇ ਉਸ ਹਰ ਮੁਲਕ ਦੀ ਸਰਕਾਰ ਨੂੰ ਇਹ ਚਿਤਾਈਏ ਕਿ ਭਾਈ ਤੂੰ ਇਹਨਾਂ ਤੇ ਤਸ਼ੱਦਦ ਨਾ ਕਰ, ਇਹਦੇ ਨਤੀਜੇ ਮਾੜੇ ਹੋਣਗੇ। ਹੁਣ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਡੇ ਵੱਲੋਂ ਕੋਈ ਐਸਾ ਸਖਤ ਬਿਆਨ ਜਾਰੀ ਕੀਤਾ ਗਿਆ ਬੰਗਲਾਦੇਸ਼ ਵਾਸਤੇ, ਔਰ ਚਾਹੀਦਾ ਇਹ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਬਿਆਨਬਾਜ਼ੀ ਤੱਕ ਸੀਮਿਤ ਨਾ ਰਹਿਣ, ਬਲਕਿ ਫੌਰੀ ਤੌਰ ਤੇ ਆਪਸ 'ਚ ਮਿਲ ਕੇ ਸੁਲਝਾ ਲਈਆਂ ਜਾਣ, ਔਰ ਉੱਥੋਂ ਦੇ ਲੋਕਾਂ ਨੂੰ ਇਹ ਤਾਕੀਦ ਕੀਤੀ ਜਾਵੇ ਕਿ ਇਹ ਰਸਤਾ ਬਹੁਤ ਮਾੜਾ, ਇਹ ਅੱਗ ਜਿਹੜੀ ਤੁਸੀਂ ਇੱਥੇ ਭੜਕਾ ਰਹੇ ਹੋ ਦੁਨੀਆ 'ਚ ਕਿਤੇ ਹੋਰ ਵੀ ਲੱਗ ਸਕਦੀ ਹੈ। ਸੋ ਇਹ ਵੀ ਸੁਣਨ ਚ ਆਇਆ ਸੀਗਾ ਕਿ ਜਦੋਂ ਉੱਥੇ ਦੁਰਗਾ ਪੂਜਾ ਵਾਲੇ ਦਿਨ ਦੁਰਗਾ ਦੀ ਮੂਰਤੀ ਨੂੰ ਤੋੜਿਆ ਗਿਆ, ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਸ਼ੇਖ ਹਸੀਨਾ ਜੀ ਨੇ, ਉਹਨਾਂ ਨੇ ਹਿੰਦੁਸਤਾਨ ਸ਼ਾਇਦ ਕਾਲ ਕਰਕੇ ਗ੍ਰਹਿ ਮੰਤਰੀ ਨੂੰ ਸੂਚਿਤ ਕੀਤਾ ਸੀ ਕਿ ਸਾਨੂੰ ਲੱਗ ਰਿਹਾ ਹੈ ਕਿ ਬੰਗਲਾਦੇਸ਼ ਦੇ ਵਿੱਚ ਜਿਹੜੀ ਹੈ ਕੁਝ ਗੜਬੜ ਹੋਣ ਵਾਲੀ ਹੈ। ਸੋ ਸੂਚਿਤ ਵੀ ਕੀਤਾ ਗਿਆ ਸੀ, ਪਰ ਉਹਨਾਂ ਨੇ ਹਜੇ ਤੱਕ ਕੋਈ ਖਾਸ ਐਕਸ਼ਨ ਜਿਹੜਾ ਹੈ ਹਿੰਦੁਸਤਾਨ ਦੇ ਵੱਲੋਂ ਇਹਦੇ ਤੇ ਨਹੀਂ ਲਿਆ ਗਿਆ, ਨਾ ਉਹਨਾਂ ਨੇ ਕੋਈ ਖਾਸ ਤੌਰ ਤੇ ਉਹਨਾਂ ਨੂੰ ਕੋਈ ਸਲਾਹ ਮਸ਼ਵਰਾ ਕੀਤਾ। ਮੈਨੂੰ ਤਾਂ ਸ਼ੀਤਲ ਜੀ ਕਈ ਵਾਰੀ ਨਾ ਮੈਂ ਜਦੋਂ ਸੋਚਦਾ ਵੀ ਸਾਡੀ ਮਾਨਸਿਕਤਾ ਨੂੰ ਹੋ ਕੀ ਰਿਹਾ ਜੀ, ਮੈਨੂੰ ਕੋਈ ਗੱਲ ਦੱਸੋ। ਆਪਾਂ ਕਹਿੰਦੇ ਆ ਮਜ਼ਹਬ ਨਹੀਂ ਸਿਖਾਤਾ ਆਪਸ में बैर रखना, हिंदी है हम वतन है हिंदुस्तान हमारा। ਦੁਨੀਆ ਦਾ ਕੋਈ ਧਰਮ ਇਹ ਇਜਾਜ਼ਤ ਕਿਸੇ ਨੂੰ ਨਹੀਂ ਦਿੰਦਾ, ਉਸ ਧਰਮ ਨਾਲ ਸੰਬੰਧਿਤ ਮੁਰੀਦਾਂ ਨੂੰ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦਾ ਇਸ਼ਟ, ਤੁਸੀਂ ਕਿਸੇ ਦਾ ਗ੍ਰੰਥ, ਤੁਸੀਂ ਕਿਸੇ ਦੀ ਪੋਥੀ ਦੀ ਬੇਅਦਬੀ ਕਰੋ ਜੀ। ਬਿਲਕੁਲ ਠੀਕ। ਇਹ ਜਿਹੜੇ ਲੋਕ ਇਵੇਂ ਕਰਦੇ ਨੇ, ਦੁਰਗਾ ਪੂਜਾ ਦੇ ਮੌਕੇ ਤੇ ਜਿਹੜਾ ਪਵਿੱਤਰ ਤਿਉਹਾਰ ਹੈ, ਉੱਥੇ ਤੁਸੀਂ ਦੁਰਗਾ ਦੀ ਪ੍ਰਤਿਮਾ ਹੈ ਜਿਹੜੀ ਉਹਦੀ ਮੂਰਤੀ ਹੈ, ਉਹਨੂੰ ਤੁਸੀਂ ਮਤਲਬ ਤੋੜਦੇ ਹੋ ਜਾਂ ਉਹਦੀ ਬੇਅਦਬੀ ਕਰਦੇ ਹੋ। ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਸ਼ੈਤਾਨ ਤੁਹਾਨੂੰ ਪੂਰੀ ਤਰ੍ਹਾਂ ਬਗਲ ਕੇ ਬੈਠ ਗਿਆ ਜੀ। ਤੁਹਾਡੀ ਸੋਚ, ਤੁਹਾਡਾ ਰੋਮ ਰੋਮ ਸ਼ੈਤਾਨ ਦੇ ਵਸ ਚ। ਬਿਲਕੁਲ। ਜੇ ਕੋਈ ਬੰਦਾ ਵਾਕਈ ਧਰਮ ਦੀ ਪਰਿਭਾਸ਼ਾ ਨੂੰ ਸਮਝਦਾ ਹੈ,
ਉਹ ਭਾਵੇਂ ਕਿਸੇ ਵੀ ਧਰਮ ਨਾਲ ਤਾਲੁਕ ਰੱਖਦਾ ਹੋਵੇ, ਉਹ ਕਿਸੇ ਵੀ ਧਰਮ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੂਗਾ। ਬਿਲਕੁਲ ਜੀ। ਸਗੋਂ ਜਿਹੜਾ ਵੀ ਧਰਮ ਆਪਣਾ ਹੁੰਦਾ ਨਾ, ਉਹਦੇ ਵਿੱਚ ਹੀ ਸਿਖਾਇਆ ਜਾਂਦਾ ਕਿ ਦੂਜੇ ਦੇ ਧਰਮਾਂ ਦੇ ਵੀ ਉਨਾ ਹੀ ਸਤਿਕਾਰ ਕੀਤਾ ਜਾਵੇ ਜਿੰਨਾ ਤੁਸੀਂ ਆਪਣੇ ਧਰਮ ਨੂੰ ਆਸਥਾ ਰੱਖਦੇ ਹੋ। ਸੋ ਵੱਧਦੇ ਹਾਂ ਅਸੀਂ ਆਪਣੇ ਅਗਲੇ ਮੁੱਦੇ ਵੱਲ ਸਰ। ਜਿਵੇਂ ਕਿ ਪਤਾ ਹੀ ਹੈ ਕਿ 11 ਮਹੀਨਿਆਂ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਹੋਏ ਨੇ, ਹਜੇ ਤੱਕ ਉਹਨਾਂ ਦਾ ਜਿਹੜਾ ਮਸਲਾ ਹੈ ਹੱਲ ਨਹੀਂ ਹੋਇਆ। ਸੋ ਇਹਦੇ ਦਰਮਿਆਨ ਹੀ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਹੈ, ਬੜੀ ਹੀ ਬੇਰਹਿਮ ਘਟਨਾ ਸਾਹਮਣੇ ਆਈ ਸੀ, ਔਰ ਉਹਨੂੰ ਲੈ ਕੇ ਜਿਹੜਾ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਰੇਲ ਰੋਕੋ ਅੰਦੋਲਨ ਜਿਹੜਾ 2-4 ਦਿਨ ਪਹਿਲਾਂ ਹੋਇਆ। ਇਹਦਾ ਪੰਜਾਬ ਦੇ ਉੱਤੇ ਬਹੁਤ ਅਸਰ ਹੋਇਆ, ਕਿਉਂਕਿ 40 ਤੋਂ ਵੱਧ ਟ੍ਰੇਨਾਂ ਉਹਨਾਂ ਨੇ ਰੋਕੀਆਂ ਸਨ ਤੇ 200 ਤੋਂ ਵੱਧ ਟ੍ਰੇਨਾਂ ਜਿਹੜੀਆਂ ਪ੍ਰਭਾਵਿਤ ਹੋਈਆਂ। ਜਦੋਂ ਟ੍ਰੇਨਾਂ ਰੋਕੀਆਂ ਜਾਂਦੀਆਂ ਨੇ ਜਾਂ ਫਿਰ ਸੜਕਾਂ ਦੀ ਆਵਾਜਾਈ ਬੰਦ ਕੀਤੀ ਜਾਂਦੀ ਹੈ, ਉਹਦਾ ਸਿੱਧਾ ਅਸਰ ਜਿਹੜਾ ਹੁੰਦਾ ਹੈ ਸਿਰਫ ਤੇ ਸਿਰਫ ਆਮ ਜਨਤਾ ਦੇ ਉੱਤੇ ਹੁੰਦਾ ਹੈ। ਆਮ ਜਨਤਾ ਦੇ ਬੜੇ ਕੰਮਕਾਜ ਹੁੰਦੇ ਨੇ ਜਿਹੜੇ ਉਸ ਦਿਨ ਦੇ ਲਈ ਠੱਪ ਹੀ ਹੋ ਜਾਂਦੇ ਨੇ, ਲੋਕ ਕਾਫੀ ਪਰੇਸ਼ਾਨ ਵੀ ਹੋਏ ਨੇ। ਇਹ ਤਾਂ ਹੋ ਗਈ ਆਮ ਜਨਤਾ ਦੀ ਗੱਲ। ਹੁਣ ਰੇਲ ਰੋਕੋ ਅੰਦੋਲਨ ਜਿਸ ਮੰਗ ਦੇ ਉੱਤੇ ਕੀਤਾ ਗਿਆ, ਉਹ ਕੀਤਾ ਗਿਆ ਕਿ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਹੋਈ ਸੀ, ਉਹ ਬੀਜੇਪੀ ਦੇ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਦੇ ਵੱਲੋਂ ਕਹੀ ਜਾਂਦੀ ਹੈ, ਆਸ਼ੀਸ਼ ਮਿਸ਼ਰਾ ਜੀ। ਅਜੇ ਮਿਸ਼ਰਾ ਦੀ ਬਰਖਾਸਤਗੀ ਕੀਤੀ ਜਾਵੇ ਤੇ ਉਹਦਾ ਜਿਹੜਾ ਹੈ ਉਹਨੂੰ ਅਸਤੀਫਾ ਮੰਗਿਆ ਜਾਵੇ ਉਹਦੇ ਤੋਂ। ਇਸ ਮੁੱਦੇ ਦੇ ਉੱਤੇ ਜਿਹੜਾ ਹੈ ਰੇਲ ਰੋਕੋ ਅੰਦੋਲਨ ਹੋਇਆ। ਹੁਣ ਰਾਕੇਸ਼ ਟਿਕੈਤ ਦਾ ਬਿਆਨ ਇਹ ਵੀ ਆਇਆ ਹੈ ਕਿ ਜਦੋਂ ਤੱਕ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਹੋਊਗੀ, ਉਹਦੀ ਬਰਖਾਸਤਗੀ ਨਹੀਂ ਹੋਊਗੀ, ਤਦ ਤੱਕ ਅਸੀਂ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਆਉਣ ਵਾਲੇ ਭਵਿੱਖ ਵਿੱਚ ਵੀ ਬਣਾਵਾਂਗੇ। ਹੁਣ ਗੱਲ ਇਹ ਆਂਦੀ ਹੈ ਕਿ ਕੀ ਸਰਕਾਰ ਨੂੰ ਆਪਣੇ ਇਸ ਪੂਰੇ ਲਖੀਮਪੁਰੀ ਖੀਰੀ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਮੰਤਰੀ ਨੂੰ ਬਰਖਾਸਤ ਕਰ ਦੇਣਾ ਚਾਹੀਦਾ? ਦੇਖੋ, ਇਹ ਪਹਿਲੀ ਵਾਰ ਹੋਇਆ ਹਿੰਦੁਸਤਾਨ 'ਚ ਕਿ ਜਦੋਂ ਇਸ ਕਦਰ ਹੁਕਮਰਾਨ ਢੀਠਤਾਈ ਤੇ ਸੰਗਦਲੀ ਦਾ ਮੁਜ਼ਾਹਰਾ ਕਰ ਰਿਹਾ। ਜਿਹੜਾ ਬੰਦਾ ਸਿਆਸੀ ਤੌਰ ਤੇ ਬਾਵਕਾਰ ਹੋਵੇ ਔਰ ਕਿਸੇ ਜ਼ਮੀਰ ਦਾ ਮਾਲਿਕ ਹੋਵੇ, ਉਹਦੇ ਤੇ ਜਦੋਂ ਵੀ ਕੋਈ ਇਲਜ਼ਾਮ ਲੱਗੇ, ਜੇ ਉਹ ਕਿਸੇ ਹੁਕੂਮਤ ਦਾ ਵਜ਼ੀਰ ਹੈ ਜਾਂ ਉਹ ਸੰਸਦ ਮੈਂਬਰ ਹੈ ਜਾਂ ਉਹ ਕਿਸੇ ਸੂਬਾਈ ਅਸੈਂਬਲੀ ਦਾ ਵਿਧਾਇਕ ਹੈ ਜਾਂ ਉੱਥੋਂ ਦਾ ਮੰਤਰੀ ਹੈ, ਜਦੋਂ ਕੋਈ ਇਲਜ਼ਾਮ ਲੱਗੇ ਉਹਦੇ ਤੇ, ਤਾਂ ਫਰਜ਼ ਇਹ ਬਣਦਾ ਹੁੰਦਾ ਕਿ ਉਹ ਲੈਂਦੀ ਸੱਟੇ ਆਪਣਾ ਅਸਤੀਫਾ ਸੌਂਪ ਦੇ। ਇਹ ਹੁੰਦਾ ਜ਼ਮੀਰ ਵਾਲਿਆਂ ਦਾ ਕੰਮ ਜੀ। ਜਿਹੜੇ ਲੁਟੇਰੇ ਕਿਸਮ ਦੇ ਲੋਕ ਹੁੰਦੇ ਨੇ, ਭ੍ਰਿਸ਼ਟ ਕਿਰਦਾਰ ਹੁੰਦੇ ਨੇ, ਜਰਾਇਮ ਪੇਸ਼ਾ ਤਬੀਅਤ ਵਾਲੇ ਹੁੰਦੇ ਨੇ, ਉਹ ਨਹੀਂ ਆਏ ਕਰਦੇ ਹੁੰਦੇ ਜੀ। ਉਹ ਕਿਉਂ ਨਹੀਂ ਕਰਦੇ ਹੁੰਦੇ? ਕਿਉਂਕਿ ਉਹਨਾਂ ਨੂੰ ਉਹੋ ਜਿਹੇ ਲੋਕਾਂ ਦੀ ਪਹਿਲਾਂ ਸ਼ਹਿ ਪ੍ਰਾਪਤ ਹੁੰਦੀ ਹੈ। ਮੈਂ ਜੇ ਡਾਕੂ ਹਾਂ ਤਾਂ ਮੈਂ ਡਾਕੂਆਂ ਦੀ ਤਰਫਦਾਰੀ ਕਰੂੰਗਾ ਨਾ, ਜੇ ਮੈਂ ਲੁਟੇਰਾ ਤਾਂ ਮੈਂ ਲੁਟੇਰਿਆਂ ਦੀ ਤਰਫਦਾਰੀ ਕਰੂੰਗਾ। ਜੇ ਮੈਂ ਇਮਾਨਦਾਰ ਹਾਂ ਤਾਂ ਮੈਂ ਕਿਸੇ ਲੁਟੇਰੇ ਨੂੰ ਇੰਨੀ ਇਜਾਜ਼ਤ ਨਹੀਂ ਦਊਂਗਾ ਕਿ ਉਹ ਜਦੋਂ ਮੈਨੂੰ ਉਹਦੀ ਲੁੱਟ ਦਾ ਮਾਲ ਦਾ ਪਤਾ ਲੱਗੇ ਤੇ ਮੈਨੂੰ 2 ਮਿੰਟ ਵੀ ਆਪਣੇ ਨਾਲ ਖੜਨ ਦੇ ਦੇਣ। ਹੁਣ ਇੱਥੇ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਇਸ ਵਿਅਕਤੀ ਅਜੇ ਮਿਸ਼ਰਾ ਨੂੰ, ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਫੌਰੀ ਤੌਰ ਤੇ ਬਰਖਾਸਤ ਕਰ ਦੇ ਔਰ ਉਹਨੂੰ ਕਹਿੰਦੇ ਵੀ ਤੂੰ ਘਰ ਬੈਠ, ਫਲਾਂ ਏਜੰਸੀ ਜਾਂਚ ਕਰ ਰਹੀ ਹੈ ਜਾਂ ਪੁਲਿਸ ਜਾਂਚ ਕਰ ਰਹੀ ਹੈ ਜਾਂ ਕੇਂਦਰੀ ਏਜੰਸੀ ਕੋਈ ਜਾਂਚ ਕਰ ਰਹੀ ਹੈ, CBI ਕਰ ਰਹੀ ਹੈ ਕਿ NIA ਕਰ ਰਹੀ ਹੈ, ਇਹ ਜੋ ਵੀ ਚੀਜ਼ਾਂ ਹਨ, ਜਦ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਹੁੰਦਾ, ਤੈਨੂੰ ਉਨੀ ਦੇਰ ਤੱਕ ਬਾਜ਼ਾਰ 'ਚ ਥਾਂ ਨਹੀਂ ਮਿਲੇਗੀ। ਔਰ ਦੂਸਰੀ ਗੱਲ ਹੈ, ਜਿਹੜਾ ਤੇਰਾ ਲਖਤੇ ਜਿਗਰ ਹੈ, ਤੇਰਾ ਫਰਜ਼ੰਦੇ ਖਾਸ ਆਸ਼ੀਸ਼ ਮਿਸ਼ਰਾ, ਜਿਹਦੇ ਉੱਪਰ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਉਸ ਬੰਦੇ ਨੇ ਵਹਿਸ਼ਿਆਨਾ ਢੰਗ ਨਾਲ, ਬੜੇ ਸ਼ਾਂਤਮਈ ਢੰਗ ਨਾਲ ਤੁਰੇ ਜਾ ਰਹੇ ਕਿਸਾਨਾਂ ਦੇ ਪਿੱਛੋਂ ਲਿਆ ਕੇ ਉੱਪਰ ਗੱਡੀਆਂ ਚੜਾ ਕੇ ਉਹਨਾਂ ਦਾ ਕਤਲ ਕੀਤਾ। ਉਹਦੇ ਉੱਪਰ ਤੁਸੀਂ ਦੇਖੋ, ਉਹਨੂੰ ਮਿਲਿਆ 3 ਦਿਨ ਦਾ ਰਿਮਾਂਡ ਜੀ, ਠੀਕ ਹੈ। ਜਿਹੜਾ ਕੋਈ ਹੋਰ ਫੜਿਆ ਗਿਆ ਉਹਨੂੰ ਤੁਸੀਂ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਇਹ ਤਾਂ ਹੈ ਤੁਹਾਡੀ ਕਾਨੂੰਨ ਦੀ ਅੱਖ ਦੇ ਵਿੱਚ ਨੁਕਸ ਦਾ ਪ੍ਰਮਾਣ ਕਿ ਉਹ ਫਲਾਂ ਬੰਦੇ ਨੂੰ ਤਾਂ ਹੋਰ ਤਰ੍ਹਾਂ ਵੇਖਦੀ ਹੈ ਤੇ ਫਲਾਂ ਬੰਦੇ ਨੂੰ ਹੋਰ ਤਰ੍ਹਾਂ ਵੇਖਦੀ ਹੈ। ਹੁਣ ਤੱਕ ਇਹ ਹੋ ਜਾਣਾ ਚਾਹੀਦਾ ਸੀ। ਹੋ ਸਕਦਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਮਨ ਕੀ ਬਾਤ 'ਚ ਕੋਈ ਖੁਲਾਸਾ ਕਰ ਦੇਣ, ਕਿਉਂਕਿ ਪੱਤਰਕਾਰ ਸੰਮੇਲਨ 'ਚ ਤਾਂ ਉਹ ਅਜੇ ਤੱਕ ਕੋਈ ਖੁਲਾਸਾ ਕਰਨ ਦੇ ਆਪਣੇ ਆਪ ਨੂੰ ਯੋਗ ਨਹੀਂ ਸਮਝਦੇ। ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਹੀਂ ਕੀਤਾ। ਔਰ ਕਿਉਂ ਨਹੀਂ ਕੀਤਾ? ਕਿਉਂਕਿ ਪੱਤਰਕਾਰ ਜਿਹੜੇ ਹੁੰਦੇ ਨੇ, ਜਿਹੜੇ ਬੇਬਾਕ ਪੱਤਰਕਾਰ ਹੁੰਦੇ ਨੇ, ਜਿਨ੍ਹਾਂ ਦਾ ਕੋਈ ਜ਼ਮੀਰ ਹੁੰਦਾ, ਉਹ ਕਿਸੇ ਲਾਠੀ ਖਾਣ ਤੋਂ ਨਹੀਂ ਡਰਦੇ ਹੁੰਦੇ ਸਵਾਲ ਪੁੱਛਣ ਲੱਗੇ। ਤੇ ਜਿਹੜਾ ਆਹ ਹੈਗਾ ਬੇਸਵਾ ਮੀਡੀਆ ਕਹਿਣਾ ਮੈਂ ਇਹਨੂੰ, ਜਿਹੜੇ ਪ੍ਰੋਸਟੀਟਿਊਟ ਨੇ, ਮੀਡੀਆ ਪ੍ਰੋਸਟੀਟਿਊਟਸ, ਇਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਕਿਉਂਕਿ ਇਹਨਾਂ ਨੇ ਸੱਚ ਨੂੰ ਤਾਂ ਸੱਚ ਕਹਿਣਾ ਹੀ ਨਹੀਂ ਹੁੰਦਾ, ਇਹਨਾਂ ਨੇ ਸਿਰਫ ਝੂਠ ਦਾ ਪ੍ਰਚਾਰ ਕਰਨਾ ਹੁੰਦਾ। ਇਹਨਾਂ ਨੇ ਡਾਕੂਆਂ ਨੂੰ, ਲੁਟੇਰਿਆਂ ਨੂੰ ਅੱਗੇ ਲਿਆ ਕੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਹੁੰਦੀ ਹੈ। ਆਸ਼ੀਸ਼ ਮਿਸ਼ਰਾ
ਜਿਹੜਾ ਦਾ ਬੇਟਾ ਗ੍ਰਹਿ ਰਾਜ ਮੰਤਰੀ ਦਾ, ਤੁਸੀਂ ਵੇਖ ਲਿਓ, ਅਬ ਤੁਸੀਂ ਵੀ ਇੱਥੇ ਹੋ ਤਾਂ ਮੈਂ ਵੀ ਇੱਥੇ ਹਾਂ, ਉਹਦਾ ਡੱਕਾ ਨਹੀਂ ਵਿਗੜਨਾ, ਔਰ ਨਾ ਹੀ ਇਸ ਮੰਤਰੀ ਨੇ ਅਸਤੀਫਾ ਦੇਣਾ। ਜੇ ਬਹੁਤਾ ਅੰਦੋਲਨ ਕੋਈ ਬਹੁਤ ਜ਼ਿਆਦਾ ਮਤਲਬ ਸੰਗੀਨ ਰੁਖ ਅਖਤਿਆਰ ਕਰ ਗਿਆ ਤਾਂ ਹੋ ਸਕਦਾ ਉਹਨੂੰ ਕੁਝ ਸਮੇਂ ਵਾਸਤੇ ਆਰਜੀ ਤੌਰ ਤੇ ਵਜ਼ਾਰਤ ਤੋਂ ਪਾਸੇ ਕਰ ਦਿੱਤਾ ਜਾਵੇ। ਲੇਕਿਨ ਜਿਸ ਤਰ੍ਹਾਂ ਦੇ ਮੁਲਕ ਦੇ ਹਾਲਾਤ ਨੇ, ਜੇ ਮੁਲਕ ਦੇ ਹੁਕਮਰਾਨ ਇੰਨੇ ਸੰਵੇਦਨਸ਼ੀਲ ਹੁੰਦੇ ਤਾਂ ਕਿਸਾਨਾਂ ਨੂੰ ਇੰਨੇ ਲੰਮੇ ਸਮੇਂ ਤੱਕ ਅੰਦੋਲਨ ਨਹੀਂ ਕਰਨਾ ਪੈਣਾ ਸੀ। ਔਰ ਮੁਲਕ ਦਾ ਹੁਕਮਰਾਨ ਇਹ ਸਮਝ ਜਾਂਦਾ ਕਿ ਜੇ ਮੈਂ ਆਪਣੇ ਦੇਸ਼ ਦੇ ਅੰਨਦਾਤਾ ਦੇ ਨਾਲ ਹੀ ਬੇਇਨਸਾਫੀ ਕਰੀ ਜਾਣਾ ਔਰ ਇਹਦਾ ਖਮਿਆਜ਼ਾ ਮੈਨੂੰ ਭੁਗਤਣਾ ਪਊਗਾ, ਤਾਂ ਹੋ ਸਕਦਾ ਹੈ ਹੁਣ ਤੱਕ ਕੋਈ ਫੈਸਲਾ ਹੋ ਗਿਆ ਹੁੰਦਾ। ਲੇਕਿਨ ਉਹ ਇਹ ਸਮਝੀ ਬੈਠਾ ਹੈ ਕਿ ਮੈਂ ਸਦੀਵੀ ਹੁਕਮਰਾਨ ਹਾਂ ਔਰ ਮੈਨੂੰ ਕੋਈ ਅਰਸ਼ੀ ਤਾਕਤ ਤਾਂ ਹਿਲਾ ਸਕਦੀ ਹੈ, ਲੇਕਿਨ ਇਸ ਜਨਤਾ ਇਸ ਦੇਸ਼ ਦੀ ਮੈਨੂੰ ਪਾਸੇ ਨਹੀਂ ਕਰ ਸਕਦੀ। ਉਹ ਹੁਕਮਰਾਨ ਜਿਹੜਾ ਕੱਲ ਤੱਕ ਇਹ ਕਹਿੰਦਾ ਸੀ ਕਿ ਜਿਹੜੀ ਈਵੀਐਮ ਮਸ਼ੀਨ ਹੈ ਬੜਾ ਖਤਰਨਾਕ ਯੰਤਰ ਹੈ ਔਰ ਇਸ ਦਾ ਇਸਤੇਮਾਲ ਆਪਣੀ ਮਰਜ਼ੀ ਮੁਤਾਬਕ ਕੋਈ ਵੀ ਕਰ ਸਕਦਾ ਜੀ, ਠੀਕ, ਉਹ ਇਹ ਵੀ ਕਹਿੰਦਾ ਰਿਹਾ ਕਿ ਅਮਰੀਕਾ ਵਿੱਚ ਜਾਂ ਦੁਨੀਆ ਦੇ ਹੋਰ ਜਿਹੜੇ ਅਮੀਰ ਤਰੀਨ ਪੱਛਮੀ ਮੁਲਕ ਨੇ ਉਹਨਾਂ ਦੇ ਵਿੱਚ ਬੈਲਟ ਪੇਪਰ ਨਾਲ ਚੋਣਾਂ ਹੁੰਦੀਆਂ ਨੇ ਔਰ ਇੱਥੇ ਕਿਉਂਕਿ ਗੜਬੜੀ ਕਰਨੀ ਹੁੰਦੀ ਹੈ, ਇੱਥੇ ਇਸ ਕਰਕੇ ਇਸ ਮਸ਼ੀਨ ਦਾ ਇਸਤੇਮਾਲ ਕੀਤਾ ਜਾਂਦਾ। ਤੇ ਕੀ ਉਦੋਂ ਬਾਅਦ ਬਦਲ ਗਿਆ ਜੀ? ਜਦੋਂ ਉਹ ਵਿਅਕਤੀ ਜਿਹੜਾ ਉਦੋਂ ਹੁਕਮਰਾਨ ਨਹੀਂ ਸੀ, ਜਦੋਂ ਹੁਕੂਮਤ ਤੇ ਦੀ ਉਹਦੇ ਕੋਲੇ ਤਾਕਤ ਆਈ, ਉਦੋਂ ਉਹਦੇ ਸਾਰੇ ਬਿਆਨ ਬਦਲ ਗਏ। ਸੋ ਇਹੀ ਹੈ ਕਿ ਸੋਚਿਆ ਜਾਂਦਾ ਹੈ, ਦਿਮਾਗ 'ਚ ਇਹ ਹੁੰਦਾ ਹੈ ਕਿ ਸ਼ਾਇਦ ਜੋ ਮੈਂ ਪਹਿਲਾਂ ਬਿਆਨ ਦਿੱਤਾ ਉਹ ਲੋਕਾਂ ਦੇ ਹੁਣ ਦਿਮਾਗ 'ਚ ਨਹੀਂ ਹੋਊਗਾ, ਪਰ ਇਹ ਗੱਲ ਸੱਚ ਨਹੀਂ ਹੈ। ਜੋ ਵੀ ਤੁਸੀਂ ਬਿਆਨ ਦੇ ਦਿੰਦੇ ਹੋ ਉਹ ਇੱਕ ਨਾ ਇੱਕ ਪਾਸੇ ਕਿਤੇ ਨਾ ਕਿਤੇ ਜਾ ਕੇ ਰਿਕਾਰਡ ਹੋ ਜਾਂਦਾ ਹੈ। ਮੀਡੀਆ ਦਾ ਯੁੱਗ ਹੈ ਜੀ, ਅੱਜ ਕੱਲ ਤਾਂ ਤੁਸੀਂ ਮੂੰਹ ਚੋਂ ਕੱਢਿਆ ਨਹੀਂ ਕੁਝ ਤੇ ਉਹ ਦਸਤਾਵੇਜ਼ੀ ਸਬੂਤ ਬਣ ਜਾਂਦਾ। ਹੁਣ ਇਹ ਹੈ ਕਿ ਜਦ ਤੱਕ ਜਿਵੇਂ ਰਾਕੇਸ਼ ਟਕੈਤ ਨੇ ਕਿਹਾ ਕਿ ਇਹ ਮੰਤਰੀ ਅਸਤੀਫਾ ਨਹੀਂ ਦਿੰਦਾ ਤਾਂ ਸਾਡਾ ਇਹ ਅੰਦੋਲਨ ਇਵੇਂ ਚੱਲੇਗਾ। ਇੱਕ ਹੋਰ ਗੱਲ ਤੁਸੀਂ ਬੜੀ ਅਹਿਮ ਕੀਤੀ ਸ਼ੀਤਲ ਜੀ, ਕਿ ਜਦੋਂ ਵੀ ਕੋਈ ਅੰਦੋਲਨ ਇਸ ਤਰ੍ਹਾਂ ਦਾ ਵਿੱਢਿਆ ਜਾਂਦਾ ਹੈ ਤਾਂ ਸਰਕਾਰ ਤੋਂ ਆਪਣੀਆਂ ਮੰਗਾਂ ਬਣਾਉਣ ਵਾਸਤੇ ਅਸੀਂ ਕੀ ਕਰਦੇ ਹਾਂ? ਰੇਲਾਂ ਰੋਕ ਦਿੰਦੇ ਹਾਂ, ਬੱਸਾਂ ਰੋਕ ਦਿੰਦੇ ਹਾਂ, ਸੜਕਾਂ ਤੇ ਧਰਨੇ ਮਾਰ ਕੇ ਬਹਿ ਜਾਂਦੇ ਹਾਂ। ਇਹਦਾ ਜਿਹੜਾ ਸਿੱਧਾ ਅਸਰ ਹੁੰਦਾ ਹੈ, ਭਾਵੇਂ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਬਹੁਤ ਸਾਰੇ ਲੋਕ ਇਸ ਨੂੰ ਪੋਜ਼ਿਟਿਵ ਲੈਂਦੇ ਨੇ, ਪਰ ਜ਼ਿਆਦਾਤਰ ਜਿਹੜੇ ਲੋਕ ਸਫ਼ਰ ਦੇ ਦੌਰਾਨ ਤੰਗ ਹੁੰਦੇ ਨੇ ਨਾ, ਉਹ ਫਿਰ ਦੁਆ ਨਹੀਂ ਦਿੰਦੇ, ਬਦਦੁਆ ਦਿੰਦੇ, ਕਈ ਵੀ ਗਾਲਾਂ ਵੀ ਕੱਢਦੇ ਕਿ ਯਾਰ ਜਿਹੜੇ ਬੰਦੇ ਨੇ ਘਰੋਂ 2 ਘੰਟੇ ਦਾ ਸਫ਼ਰ ਕਰਨ ਵਾਸਤੇ ਪੈਰ ਬਾਹਰ ਕੱਢਿਆ ਸੀ, ਉਹ 8.5 ਘੰਟੇ ਦਾ ਵਲਵਿੰਗ ਪਾ ਕੇ ਆਪਣੇ ਘਰ ਪਹੁੰਚਿਆ, ਉਹ ਚੰਗਾ ਕਿਵੇਂ ਕਹੂਗਾ? ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਲੋਕ ਸਟੇਸ਼ਨਾਂ ਤੇ ਬੈਠੇ ਖੁਆਰ ਹੁੰਦੇ ਰਹੇ, ਠੀਕ, ਜਿਨ੍ਹਾਂ ਨੇ ਜਾਣਾ ਪੱਛਮ ਨੂੰ ਸੀ ਉਹਨਾਂ ਨੂੰ ਵਾਇਆ ਪੂਰਬ ਜਾਣਾ ਪਿਆ। ਤਾਂ ਇਸ ਤਰ੍ਹਾਂ ਬੰਦੇ ਖੁਆਰ ਹੋਏ, ਮੁਸਾਫਰ ਖੁਆਰ ਹੋਏ। ਅੰਦੋਲਨ ਦੀ ਰੂਪਰੇਖਾ ਬਦਲਣ ਦੀ ਲੋੜ ਹੈ, ਇਸ ਦੀ ਦਿਸ਼ਾ ਬਦਲਣ ਦੀ ਲੋੜ ਹੈ, ਇਸ ਦੀ ਦਸ਼ਾ ਬਦਲਣ ਦੀ ਲੋੜ ਹੈ। ਜੇ ਤੁਸੀਂ ਹੁਕਮਰਾਨ ਨੂੰ ਜਾਂ ਹਕੂਮਤ ਨੂੰ ਬਦਲਣਾ ਚਾਹੁੰਦੇ ਹੋ ਤਾਂ ਫਿਰ ਦੇਸ਼ ਵਿੱਚ ਵਿਆਪਕ ਜਾਗਰਤੀ ਲੈ ਕੇ ਆਉਣੀ ਪੈਣੀ ਹੈ, ਇੱਕ ਚੇਤਨਤਾ ਲੈ ਕੇ ਆਉਣੀ ਪੈਣੀ ਹੈ, ਇੱਕ ਤਬਦੀਲੀ ਦੀ ਲਹਿਰ ਪੈਦਾ ਕਰਨੀ ਪੈਣੀ ਹੈ। ਤਾਂ ਹੀ ਜਾ ਕੇ ਕੁਝ ਜਿਹੜਾ ਹੈ ਬਦਲਾਵ ਹੋ ਸਕਦਾ ਹੈ। ਨਹੀਂ ਤਾਂ ਇਸ ਤਰ੍ਹਾਂ ਟ੍ਰੇਨਾਂ ਰੋਕ ਕੇ, ਆਵਾਜਾਈ ਰੋਕ ਕੇ ਤਾਂ ਸਿਰਫ ਅਸੀਂ ਆਪਣੇ ਹੀ ਦੋਸਤਾਂ ਮਿੱਤਰਾਂ ਨੂੰ, ਭੈਣਾਂ ਭਰਾਵਾਂ ਨੂੰ ਪਰੇਸ਼ਾਨ ਕਰ ਰਹੇ ਹਾਂ। ਸੋ ਵੱਧਦੇ ਹਾਂ ਹੁਣ ਆਪਣੇ ਅਗਲੇ ਅਹਿਮ ਮੁੱਦੇ ਵੱਲ, ਜਿਹੜਾ ਕਿ ਹੈ ਪੰਜਾਬ ਵੱਲ ਝਾਤ ਮਾਰਦੇ ਹਾਂ। ਪੰਜਾਬ ਦੀ ਜਿਹੜੀ ਸਿਆਸਤ ਹੈ ਕਾਫੀ ਦੇਰ ਤੋਂ ਗਰਮਾਈ ਹੋਈ ਹੈ। ਸੋ ਅੱਜ ਕੁਝ ਹੋਰ ਤੇ ਕੱਲ ਕੁਝ ਹੋਰ, ਇਹੀ ਚੱਲਦਾ ਆ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ। ਜਦ ਕਿ ਜੁਮਾ ਰਹਿ ਗਏ ਨੇ ਸਿਰਫ 3-4 ਮਹੀਨੇ ਪੰਜਾਬ ਦੇ ਕੋਲ, ਵਿਧਾਨ ਸਭਾ ਚੋਣਾਂ ਜਿਹੜੀਆਂ ਸਿਰ ਤੇ ਆ ਚੁੱਕੀਆਂ ਨੇ। ਸੋ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਕੁਝ ਸਮਾਂ ਪਹਿਲਾਂ ਕਾਂਗਰਸ ਤੋਂ ਆਪਣਾ ਅਸਤੀਫਾ ਦੇ ਕੇ ਸਾਈਡ ਤੇ ਹੋ ਚੁੱਕੇ, ਉਹਨਾਂ ਦੇ ਬਾਰੇ ਬਹੁਤ ਕਿਆਸ ਲਗਾਏ ਗਏ ਕਿ ਸ਼ਾਇਦ ਇਹ ਬੀਜੇਪੀ 'ਚ ਚਲੇ ਜਾਣਗੇ ਜਾਂ ਇੱਧਰ ਚਲ ਜਾਣਗੇ, ਉੱਧਰ ਚਲ ਜਾਣਗੇ। ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਨਹੀਂ, ਮੈਂ ਕਿਤੇ ਨਹੀਂ ਜਾਵਾਂਗਾ, ਮੈਂ ਸਿਰਫ ਆਪਣੀ ਪਾਰਟੀ ਬਣਾਵਾਂਗਾ। ਸੋ ਕੱਲ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪਾਰਟੀ ਬਣਾਉਣਗੇ। ਹਾਲਾਂਕਿ ਪਾਰਟੀ ਦਾ ਜਿਹੜਾ ਨਾਮ ਹੈ ਉਹਨਾਂ ਨੇ ਅਨਾਉਂਸ ਨਹੀਂ ਕੀਤਾ, ਪਰ ਉਹਨਾਂ ਨੇ ਇਹ ਵੀ ਕੁਝ ਗੱਲਾਂ ਕਹਿ ਦਿੱਤੀਆਂ ਨੇ ਕਿ ਹੋ ਸਕਦਾ ਹੈ ਕਿ ਭਾਜਪਾ ਦੇ ਨਾਲ ਉਹਨਾਂ ਦੀ ਪਾਰਟੀ ਦਾ ਗੱਠਜੋੜ ਹੋਵੇ, ਪਰ ਸ਼ਰਤ ਉਹਨਾਂ ਨੇ ਇਹ ਰੱਖੀ ਹੈ ਕਿ ਕਿਸਾਨਾਂ ਦਾ ਜਿਹੜਾ ਮੁੱਦਾ ਹੈ, ਜਿਹੜਾ 11 ਮਹੀਨਿਆਂ ਤੋਂ ਸਿੰਘੂ ਟਿੱਕਰੀ ਬਾਰਡਰ ਤੇ ਕਿਸਾਨ ਜਦੋਜਹਿਦ ਕਰ ਰਹੇ ਨੇ, ਭਾਜਪਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ, ਖੇਤੀ ਅੰਦੋਲਨ ਦੇ ਤਿੰਨੋਂ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹਿੱਤ ਦੇ ਵਿੱਚ ਜਿਹੜਾ ਫੈਸਲਾ ਸੁਣਾਏ, ਤਾਂ ਮੈਂ ਆਪਣੀ ਪਾਰਟੀ ਦਾ ਜਿਹੜਾ ਗੱਠਜੋੜ ਆ ਉਹ ਭਾਜਪਾ ਦੇ ਨਾਲ ਕਰਨ ਨੂੰ ਤਿਆਰ ਆ। ਤੁਹਾਨੂੰ ਕੀ ਲੱਗਦਾ ਹੈ, ਕਿਹੜੀ ਪਾਰਟੀ ਹੋ ਸਕਦੀ ਹੈ? ਕੀ ਇਹਨਾਂ ਨੇ ਗੱਠਜੋੜ ਕਰਨਾ ਹੈ ਜਾਂ ਭਾਜਪਾ ਕੀ ਇਹਨਾਂ ਦੇ ਨਾਲ ਗੱਠਜੋੜ ਕਰਨ ਦੇ ਲਾਲਚ ਦੇ ਵਿੱਚ ਛੇਤੀ ਤੋਂ ਛੇਤੀ ਕਿਸਾਨਾਂ ਦਾ ਮੁੱਦਾ ਹੱਲ ਕਰੂਗੀ? ਦੇਖੋ, ਜੇ ਤਾਂ ਸਮਝੌਤਾ ਇਹ ਹੋਇਆ ਜਾਂ ਨਿਕਟ ਭਵਿੱਖ ਵਿੱਚ ਹੋਣਾ ਹੈ ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਕਿ ਤਿੰਨੋਂ ਖੇਤੀ ਕਾਨੂੰਨ ਫੌਰੀ ਤੌਰ ਤੇ ਰੱਦ ਕਰਨ ਦਾ ਐਲਾਨ ਕਰੋ
MSP ਦੀ ਕਾਨੂੰਨੀ ਗਰੰਟੀ ਜਿਹੜੀ ਹੈ ਉਹ ਦਿਓ। ਜਿਹੜੇ ਬਿਜਲੀ ਸਮਝੌਤੇ, ਬਿਜਲੀ ਜਿਹੜਾ ਐਕਟ ਹੈਗਾ 2020 ਜੀ, ਇਹਨੂੰ ਤੁਸੀਂ ਅਜੇ ਰੋਕੋ ਔਰ ਇਹਦੇ ਸੰਬੰਧ ਵਿੱਚ ਕੋਈ ਨਾ ਕੋਈ ਕਮੇਟੀ ਬਣਾਓ, ਜਾਂ ਜਿਹੜੇ ਮਤਲਬ ਕਿਸਾਨਾਂ ਦੇ ਮਸਲੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਜੇ ਬਗੈਰ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਏ ਤੇ MSP ਦੀ ਸਰਕਾਰ ਤੋਂ ਕਾਨੂੰਨੀ ਗਾਰੰਟੀ ਲਏ ਬਿਨਾ ਕੋਈ ਗੱਠਜੋੜ ਕਿਸੇ ਪਾਰਟੀ ਨਾਲ ਕਰਦੇ ਨੇ, ਉਹ ਭਾਵੇਂ ਭਾਜਪਾ ਹੈ ਜਾਂ ਕੋਈ ਹੋਰ ਹੈ, ਤਾਂ ਇਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਪੰਜਾਬ 'ਚ ਜੀ। ਇਹਨਾਂ ਨੂੰ ਐਂਟੀ ਫਾਰਮਰ ਹੀ ਮੰਨਿਆ ਜਾਏਗਾ। ਜੇ ਇਹ ਸਿਹਰਾ ਲੈ ਜਾਂਦੇ ਨੇ ਕਿ ਤਿੰਨੇ ਕਾਨੂੰਨ ਰੱਦ ਕਰਵਾਏ ਕੈਪਟਨ ਅਮਰਿੰਦਰ ਸਿੰਘ ਨੇ ਜੀ, ਇਦੋਂ ਪਹਿਲਾਂ ਨਾ ਕਿਸੇ ਨੇ ਕਰਵਾ ਲਏ ਔਰ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਵਾਏ, ਤਾਂ ਇਹਦਾ ਮਤਲਬ ਇਹ ਹੈ ਕਿ ਫਿਰ ਇਹਨਾਂ ਦਾ ਭਾਜਪਾ ਨਾਲ ਗੱਠਜੋੜ ਹੋਵੇਗਾ ਔਰ ਭਾਜਪਾ ਫਿਰ ਇੱਕ ਲਹਿਰ ਪੈਦਾ ਕਰੇਗੀ ਕਿ ਦੇਖੋ ਆਹ ਵਿਅਕਤੀ ਹੈ ਜਿਹਨੇ ਠੀਕ ਰਿਪਰੈਜ਼ੈਂਟ ਕੀਤਾ ਕਿਸਾਨਾਂ ਨੂੰ, ਕਿਉਂਕਿ ਕਿਸਾਨ ਆਪਣੀ ਗੱਲ ਉਸ ਤਰ੍ਹਾਂ ਨਹੀਂ ਕਹਿ ਸਕੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਕੋਲ ਪਹੁੰਚਾਈ ਹੈ। ਹੁਣ ਤੱਕ ਇਹ ਕਹਿੰਦੇ ਰਹੇ ਨੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹ ਬਹੁਤ ਵਾਰੀ ਉਹਨਾਂ ਦਾ ਇਹ ਬਿਆਨ ਆਇਆ ਕਿ ਕਿਸਾਨ ਦੱਸਣ ਤਾਂ ਸਹੀ ਗਲਤੀ ਕਿੱਥੇ ਆ। ਇਹ ਵੀ ਕਿਹਾ ਜਾਇਆ ਕਿ ਕਿਸਾਨਾਂ ਨੇ ਜਿਹੜੇ ਕਾਨੂੰਨ ਨੇ ਪੜ੍ਹੇ ਨਹੀਂ ਹੈਗੇ ਵੀ ਇਹ ਕਿੱਥੇ ਆ। ਇਹ ਤਾਂ ਗੱਲ ਨਹੀਂ ਵੀ ਉਹਨਾਂ ਨੇ ਪੜ੍ਹੇ ਨਹੀਂ ਗਏ, ਉੱਥੇ ਜਿਹੜੇ ਕਿਸਾਨ ਬੈਠੇ ਨੇ ਉਹ ਕੋਈ ਐਵੇਂ ਉੱਠ ਕੇ ਨਹੀਂ ਤੁਰੇ ਆਏ ਹਲ ਵਾਹੁੰਦੇ ਵਾਹੁੰਦੇ, ਉਹਨਾਂ 'ਚ ਬਹੁਤ ਜ਼ਿਆਦਾ ਉਹਨਾਂ ਦਾ ਤਜਰਬਾ ਹੈ ਔਰ ਪੜ੍ਹੇ ਲਿਖੇ ਨੇ, ਐਜੂਕੇਟਡ ਨੇ। ਯੋਗਿੰਦਰ ਯਾਦਵ ਵਰਗੇ ਤੁਸੀਂ ਸੋਚਦੇ ਵੀ ਉਹ ਤੁੱਕੇ ਤੋੜਦੇ ਤੋੜਦੇ ਉੱਥੇ ਪਹੁੰਚ ਗਏ ਨੇ, ਜਾਂ ਬੱਕਰੀਆਂ ਚਾਰਦੇ ਆ ਗਏ ਨੇ ਵੀ ਉਹਨਾਂ ਨੂੰ ਪਤਾ ਨਹੀਂ, ਪਤਾ ਉਹਨਾਂ ਨੂੰ ਸਾਰਾ ਕੁਝ ਹੈ। ਲੇਕਿਨ ਗੱਲ ਇਹ ਹੈ ਕਿ ਸਰਕਾਰ ਵੀ ਇਵੇਂ ਸੋਚਦੀ ਹੈ ਕਿ ਜੇ ਇਹ ਕਾਨੂੰਨ ਰੱਦ ਕੀਤੇ ਜਾਣ ਤਾਂ ਸਾਨੂੰ ਲਾਭ ਕੀ ਹੋਵੇਗਾ। ਜੇ ਪੰਜਾਬ ਸਾਡੇ ਹੱਥ 'ਚ ਆਉਂਦਾ, ਜੇ ਪੰਜਾਬ ਸਾਡੇ ਹੱਥ ਸੱਤਾ ਆਉਂਦੀ ਹੈ ਤਾਂ ਫਿਰ ਇਹ ਕੋਈ ਘਾਟੇ ਵਾਲਾ ਸੌਦਾ ਨਹੀਂ। ਪਰ ਉਹ ਸੌਦਾ ਕਿਸ ਤਰ੍ਹਾਂ ਹੋਵੇ ਕਿ ਜਿਹੜੀਆਂ ਉਹ ਸਿਆਸੀ ਪਾਰਟੀਆਂ ਹੁਣ ਦਾਲ ਆਈ ਬੈਠੀਆਂ ਨੇ, ਜਿਵੇਂ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ ਔਰ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਹੈ, ਵੀ ਇਹਨਾਂ ਨੂੰ ਕਿਵੇਂ ਪਛਾੜਿਆ ਜਾਵੇ। ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਇਹ ਕਾਨੂੰਨ ਰੱਦ ਹੋ ਗਏ ਤਾਂ ਫਿਰ ਉਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਹੋਣਾ। ਉਹ ਭਾਵੇਂ ਹੁਣ ਤੱਕ ਕਹੀ ਜਾਂਦੇ ਆ ਭਾਜਪਾ ਨਾਲ ਰਲੇ ਹੋਏ ਨੇ, ਇਹ ਪੰਜਾਬ ਦੇ ਵਿੱਚ ਜੀ BSF ਦਾ ਘੇਰਾ ਵਧਾਇਆ ਗਿਆ, ਇਹ ਸਾਰਾ ਪੰਜਾਬ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ, ਜਦ ਕਿ ਇਹ ਗੱਲ ਬਾਰ-ਬਾਰ ਸੁਖਬੀਰ ਬਾਦਲ ਕਹਿ ਰਹੇ ਨੇ। ਲੇਕਿਨ ਗੱਲ ਇਹ ਹੈ ਸਮਝੌਤਾ ਅੱਜ ਜਾਂ ਕੱਲ ਹੋਵੇਗਾ ਔਰ ਬਹੁਤ ਜਲਦੀ, ਜਿੱਥੋਂ ਤੱਕ ਮੇਰਾ ਮੰਨਣਾ ਹੈ, ਕੈਪਟਨ ਅਮਰਿੰਦਰ ਸਿੰਘ ਜ਼ਰੂਰ ਕੋਈ ਮਤਲਬ ਵੱਡੀ ਗੇਮ ਖੇਡਣਗੇ ਔਰ ਇੱਕੋ ਸਟ੍ਰੋਕ ਨਾਲ ਬਾਜ਼ੀ ਮਾਤ ਕਰ ਦੇਣਗੇ ਸਾਰਿਆਂ ਦੀ। ਸੋ ਲੱਗਦਾ ਹੈ ਕਿ ਉਹਨਾਂ ਨੇ ਪੂਰਾ ਦਾ ਪੂਰਾ ਕੋਈ ਦਾ ਪੇਚ ਜਿਹੜਾ ਹੈ ਉਹ ਆਪਣੇ ਦਿਮਾਗ ਦੇ ਵਿੱਚ ਸੋਚ ਰੱਖਿਆ ਹੈ ਤੇ ਪਹਿਲਾਂ ਵੀ ਸਸਪੈਂਸ ਬਣਾ ਕੇ ਰੱਖਿਆ ਤੇ ਥੋੜਾ ਜਿਹਾ ਹਜੇ ਸਸਪੈਂਸ ਉਹਨਾਂ ਨੇ ਖੋਲਿਆ ਤੇ ਅਜੇ ਹਗਾਂ ਵੀ ਜਿਹੜਾ ਸਸਪੈਂਸ ਬਣਿਆ ਹੋਇਆ ਹੈ। ਸ਼ੀਤਲ ਜੀ, ਜਿਸ ਖਾਨਦਾਨ ਨੇ ਹਮੇਸ਼ਾ ਬਾਦਸ਼ਾਹਤ ਕੀਤੀ ਹੈ, ਜਿਹੜੇ ਰਾਜਨੀਤੀ ਦਾ ਹਰ ਗੁਰ ਜਾਣਦੇ ਨੇ ਔਰ ਉਹ ਬਾਦਸ਼ਾਹਤ ਕੋਈ ਦਹਾਕੇ ਪੁਰਾਣੀ ਨਹੀਂ, ਉਹ ਸਦੀਆਂ ਪੁਰਾਣੀ ਹੈ ਔਰ ਉਹਨਾਂ ਨੇ ਦੁਨੀਆ ਦੇ ਵਿੱਚ ਬੜੇ ਹਨੇਰੇ ਤੇ ਬੜੇ ਰੌਸ਼ਨ ਦੌਰ ਦੇਖੇ ਨੇ ਜੀ। तो इस करके जे कोई ये बंदा समझदा है कि कैप्टन साहब सियासी तौर ते न तजुर्बेकार ने, ਉਹਦੇ ਵਰਗਾ ਹਿਮਕ ਕੋਈ ਨਹੀਂਗਾ। ਕੈਪਟਨ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਇਹ ਇਸ਼ਾਰਾ ਕਰਤਾ ਸੀਗਾ ਕਿ ਮੇਰੇ ਪੱਤੇ ਖੁੱਲੇ ਨੇ ਜੀ। ਲੇਕਿਨ ਜੇ ਕੋਈ ਭਰੜ ਭਾਂਡਾ ਹੁੰਦਾ ਤਾਂ ਉਹ ਪਹਿਲਾਂ ਕਿਸੇ ਨੂੰ ਨਿੰਦਦਾ, ਕਿਸੇ ਨੂੰ ਭੰਡਦਾ। ਉਹਨਾਂ ਨੇ ਇਹੀ ਕਿਹਾ ਕਿ ਜਿਸ ਪਾਰਟੀ ਨਾਲ ਮੈਂ ਸਾਰੀ ਜ਼ਿੰਦਗੀ ਸਮਰਪਿਤ ਰਿਹਾ, ਜਿਸ ਪਾਰਟੀ ਨੂੰ, ਔਰ ਜਿਹਦੇ ਨਾਲ ਮੇਰੇ ਇੰਨੇ ਵਧੀਆ ਸੰਬੰਧ ਰਹੇ, ਪਰਿਵਾਰਕ ਸੰਬੰਧ ਵੀ ਰਹੇ, ਸਿਆਸੀ ਸੰਬੰਧ ਵੀ ਰਹੇ, ਉਸ ਪਾਰਟੀ ਦੀ ਜਾਂ ਬਾਗਡੋਰ ਹੈ ਜਿਹੜੀ ਉਹ ਦੋ ਨਤਜਰਬੇਕਾਰ ਬੱਚਿਆਂ ਦੇ ਹੱਥ ਆ ਕੇ ਮੇਰੇ ਨਾਲ ਇਹ ਸਲੂਕ ਕੀਤਾ ਗਿਆ, ਇਹ ਮੈਨੂੰ ਬਰਦਾਸ਼ਤ ਨਹੀਂ ਹੈ। ਔਰ ਉਹਨਾਂ ਨੂੰ ਕੋਈ ਕੱਢਿਆ ਨਹੀਂ ਗਿਆ। ਉਹ ਖੁਦ ਗਵਰਨਰ ਨੂੰ ਉਦੋਂ ਅਸਤੀਫਾ ਦੇ ਕੇ ਆਏ ਜਦੋਂ ਕਿ ਮੀਟਿੰਗ ਸੱਦ ਲਈ ਗਈ ਵਿਧਾਇਕ ਦਲ ਦੀ, ਜਿਹੜੀ ਕਿ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੈ। ਤਾਂ ਉਹਨਾਂ ਨੂੰ ਇਹ ਗੱਲ ਨਾਗਵਾਰ ਗੁਜ਼ਰੀ। ਉਹਨਾਂ ਨੂੰ ਲੱਗਿਆ ਕਿ ਮੇਰੇ ਖਿਲਾਫ ਜੋ ਸਾਜ਼ਿਸ਼ ਹੈ ਹੁਣ ਇਸ ਦਾ ਅੰਤ ਹੋਣ ਵਾਲਾ, ਤੇ ਉਸ ਤੋਂ ਪਹਿਲਾਂ ਮੈਂ, ਪਰ ਉਹਨਾਂ ਨੇ ਜੋ ਕ੍ਰਿਟਿਸਿਜ਼ਮ ਕੀਤਾ ਕਾਂਗਰਸ ਦਾ, ਉਸ ਨਾਲ ਕਾਂਗਰਸ ਪਾਰਟੀ ਦਾ ਕੱਦ ਉੱਚਾ ਨਹੀਂ ਹੋਇਆ, ਬਲਕਿ ਇਸ ਗੱਲ ਤੇ ਮੋਹਰ ਲੱਗੀ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਨੇ ਇੱਕ ਠੋਕੋ ਤਾਲੀ ਵਰਗੇ ਮਤਲਬ ਮਸਖਰਾ ਟਾਈਪ ਬੰਦੇ ਦੇ ਹੱਥਾਂ ਚੜ ਕੇ ਇੱਕ ਉਸ ਬੰਦੇ ਨੂੰ ਦਰਕਿਨਾਰ ਕਰਤਾ ਜਿਹਦਾ ਇੰਨਾ ਵੱਡਾ ਪਾਰਟੀ ਲਈ ਯੋਗਦਾਨ ਸੀ, ਬਹੁਤ ਤਜਰਬਾ ਸੀ ਉਹਨਾਂ ਦਾ।
ਸੋ ਵੱਧਦੇ ਆ ਨਾਲ ਗੱਲ ਕਰਦੇ ਆ ਬੀਐਸਐਫ ਦੇ ਘੇਰੇ ਦੀ। ਤੁਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਜਿਹੜੇ ਚੰਨੀ ਸਾਹਿਬ ਨੇ ਉਹਨਾਂ ਦੇ ਬਾਰੇ ਅੱਜ ਸੁਖਬੀਰ ਬਾਦਲ ਜੀ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਚੰਨੀ ਸਾਹਿਬ ਨੇ ਸਾਰਾ ਦਾ ਸਾਰਾ ਜਿਹੜਾ ਸਰੈਂਡਰ ਕਰ ਦਿੱਤਾ ਹੈ ਪੰਜਾਬ ਕੇਂਦਰ ਸਰਕਾਰ ਦੇ ਹਵਾਲੇ। ਕੀ ਇਹਦੇ ਵਿੱਚ ਸੱਚਾਈ ਹੈ? ਸੁਖਬੀਰ ਬਾਦਲ ਜੀ ਤਾਂ ਇਵੇਂ ਆ ਵੀ ਜੋ ਮੂੰਹ ਚਾਹੀ ਜਾਂਦਾ ਬੋਲੀ ਜਾਂਦੇ ਆ। ਠੀਕ ਹੈ। ਔਰ ਕਈ ਵਾਰੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਕਿਸ ਮਸਲੇ ਤੇ ਕੀ ਕਹਿਣਾ ਤੇ ਕਿਹਦੇ ਤੇ ਕੀ ਨਹੀਂ ਕਹਿਣਾ। ਦੇਖ, ਗੱਪ ਮਾਰਨ ਦੇ ਵਿੱਚ ਉਹ ਇੰਨੇ ਮਾਹਿਰ ਨੇ ਕਿ ਲੋਕ ਹੁਣ ਉਹਨਾਂ ਨੂੰ ਮਜ਼ਾਕ ਕਰਨ ਲੱਗ ਪਏ ਨੇ। ਕਿਉਂਕਿ ਕਦੇ ਤਾਂ ਉਹ ਕਹਿ ਦਿੰਦੇ ਆ ਮੈਂ ਫਰੀਦਕੋਟ ਨੂੰ ਪਹਿਲਾਂ ਕਹਿੰਦੇ ਸੀ ਕੈਲੀਫੋਰਨੀਆ ਬਣਾ ਦੂੰਗਾ, ਫਿਰ ਕਹਿੰਦੇ ਸੀ ਮੈਂ ਬਠਿੰਡੇ ਨੂੰ ਕੈਲੀਫੋਰਨੀਆ ਬਣਾ ਦੂੰਗਾ, ਫਿਰ ਕਹਿਣ ਲੱਗੇ ਸਾਰੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰਗਾ। ਪਹਿਲਾਂ ਉਹ ਕਹਿੰਦੇ ਸੀ ਵੀ ਨੋਟਾਂ ਦੇ ਟਰੱਕ ਦਿੱਲੀੋਂ ਆਇਆ ਕਰਨਗੇ, ਅਜੇ ਤੱਕ ਤਾਂ ਕੋਈ ਟਰੱਕ ਮੈਂ ਦੇਖਿਆ ਨਹੀਂ, ਨਾ ਪੰਜਾਬ ਦੇ ਕਿਸੇ ਬੰਦੇ ਨੇ ਵੇਖਿਆ। ਠੀਕ, ਫਿਰ ਉਹ ਹਰ ਵਾਰੀ ਕਹਿੰਦੇ ਨੇ ਮੈਂ ਫਿਰ ਇਸ ਪਿੰਡ ਵਾਲਿਆਂ ਨੂੰ 50 ਲੱਖ ਦੀ ਗ੍ਰਾਂਟ ਦੇ ਦਿੰਦਾ। ਉਹ ਮੈਂ ਪਹਿਲਾਂ 50 ਦੀ ਦਿੱਤੀ, ਹੁਣ 2 ਕਰੋੜ ਦੀ, 2.5 ਕਰੋੜ ਦੀ, ਤੂੰ ਮੂੰਹ ਚ ਜੋ ਮਰਜ਼ੀ ਆਈ ਜਾ, ਕਹੇ ਭਾਵੇਂ 12 ਕਰੋੜ ਕਹੇ ਦੇ, ਇਹਦੇ ਨਾਲ ਕੀ ਫਰਕ ਪੈਂਦਾ। ਠੀਕ, ਜਿਹੜੀ ਇਹ ਗੱਲ ਕਰਦੇ ਨੇ ਨਾ ਪੰਜਾਬ ਨੂੰ ਬੀਐਸਐਫ ਦੇ ਹਵਾਲੇ ਕਰਨ ਦੀ, ਇਹਨਾਂ ਨੂੰ ਇੱਕ ਕੋਈ ਸਵਾਲ ਪੁੱਛੇ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਫੌਜ ਨੂੰ ਸੱਦਣ ਵਾਸਤੇ ਸਾਜ਼ਿਸ਼ ਕਿਹਨੇ ਰਚੀ ਸੀ? ਜੀ ਅਜੇ ਜ਼ਾਹਰਾ ਦਸਤਾਵੇਜ਼ੀ ਸਬੂਤ ਨੇ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਿਹੜਾ ਪਰਸਨਲ ਸੈਕਟਰੀ ਸੀ ਕੇ ਆਰ ਧਵਨ, ਉਹਨੂੰ ਮਿਲ ਕੇ ਇਹ ਸਾਰੀ ਗੱਲ ਇੰਦਰਾ ਗਾਂਧੀ ਤੱਕ ਪਹੁੰਚਾਈ ਔਰ ਫਿਰ ਮੁਲਾਕਾਤ ਕੀਤੀ ਕਿ ਤੁਸੀਂ ਹਮਲਾ ਕਰੋ, ਕੁਝ ਨਹੀਂ, ਕੋਈ ਰਿਜ਼ੈਂਟਮੈਂਟ ਨਹੀਂ ਹੋਣੀ। ਮੈਨੂੰ ਇੱਕ ਗੱਲ ਦੀ ਹੋਰ ਸਮਝ ਨਹੀਂ ਆਉਂਦੀ ਸ਼ੀਤਲ ਜੀ, ਜਿਹੜੇ ਹੁਣ ਬੇਅਦਬੀਆਂ ਦੀਆਂ ਅਣਖਾਂ ਦੀਆਂ ਗੱਲਾਂ ਕਰਦੇ ਨੇ, ਠੀਕ, ਉਸ ਵੇਲੇ ਜਦੋਂ ਹਮਲਾ ਹੋਇਆ ਪੰਜਾਬ ਚੋਂ ਕਿੰਨੇ ਨੌਜਵਾਨ ਆਪਣੇ ਗੁਰੂ ਦੀ ਅਜ਼ਮਤ ਦੀ ਰਖਵਾਲੀ ਲਈ ਪਿੰਡਾਂ ਚੋਂ ਭੱਜੇ, ਫੌਜ ਨਾਲ ਮੁਕਾਬਲਾ ਕਰਦੇ ਮਾਰੇ ਗਏ, ਕੋਈ ਲੱਭਿਆ ਨਹੀਂ, ਸਭ ਘਰਾਂ 'ਚ ਦੁੱਬ ਕੇ ਬਹਿ ਗਏ ਕਿਉਂਕਿ ਸਾਰੇ ਪੰਜਾਬ 'ਚ ਫੌਜ ਲਾਤੀ ਸੀ ਔਰ ਕੋਈ ਨਹੀਂ। ਹੁਣ ਜਦੋਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਉਂਦਾ ਐਵੇਂ ਕਿ ਜੀ ਆਹ ਬੇਅਦਬੀ ਨਹੀਂ ਹੋਈ, ਮਤਲਬ ਗ੍ਰੰਥ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ, ਇੱਕ ਪੋਥੀ ਦੀ ਬੇਅਦਬੀ ਹੋਈ ਹੈ, ਉਦੋਂ ਬਹੁਤ ਲੋਕ ਨਾ ਗਾਲਾਂ ਹੀ ਕੱਢਣ ਲੱਗ ਜਾਂਦੇ ਨੇ, ਉਹ ਤੁਹਾਨੂੰ, ਤੁਸੀਂ ਸਿੱਖ ਨਹੀਂ ਹੋ, ਤੁਸੀਂ ਫਲਾਨਾ ਨਹੀਂ। ਤੇ ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾ ਕਿਉਂਕਿ ਮੈਂ ਉਹ ਸਾਰਾ ਕੁਝ ਅੱਖੀਂ ਵੇਖਿਆ ਜੀ, ਠੀਕ, ਕਿ ਕੋਈ ਰਿਜ਼ੈਂਟਮੈਂਟ ਨਹੀਂ ਹੋਈ ਪੰਜਾਬ 'ਚੋਂ, ਕੋਈ ਕਿਤੋਂ ਨਹੀਂ ਉੱਠਿਆ। ਨਹੀਂ ਤੁਹਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੋਵੇ ਔਰ ਹਰਮੰਦਰ ਸਾਹਿਬ ਦੇ ਉੱਪਰ ਹਮਲਾ ਹੋ ਰਿਹਾ ਹੋਵੇ ਤਾਂ ਇਹ ਤਾਂ ਸਾਰਾ ਪੰਜਾਬ ਪੈ ਜਾਂਦਾ ਉੱਠ ਕੇ। ਬਿਲਕੁਲ ਬਿਲਕੁਲ ਜੀ, ਕੋਈ ਨਹੀਂ ਉੱਠਿਆ। ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਔਰ ਉਹ ਸਾਰੀ ਸਾਜ਼ਿਸ਼ ਦੇ ਵਿੱਚ ਇਹ ਜਿਹੜੇ ਹੁਣ ਕਹਿੰਦੇ ਪੰਜਾਬ ਹਵਾਲੇ ਕਰਤਾ, ਇਹਨਾਂ ਨੇ ਤਾਂ ਸਾਡੀ ਅਜ਼ਮਤ ਹਵਾਲੇ ਕਰਤੀ ਜੀ, ਉਸ ਵੇਲੇ ਕਾਂਗਰਸ ਨੂੰ ਸਾਡੀ ਅਣਖ ਹਵਾਲੇ ਕਰਤੀ, ਉਹਨਾਂ ਨੇ ਸਾਡੇ ਸਰੋਤ ਹਵਾਲੇ ਕਰਤੇ, ਸਾਰਾ ਪੰਜਾਬ ਹਵਾਲੇ ਕਰਤਾ ਔਰ ਉਹਦਾ ਜਿਹੜਾ ਨਤੀਜਾ ਹੁਣ ਤੱਕ ਸਾਡੀਆਂ ਨਸਲਾਂ ਭੁਗਤੀ ਰਹੀਆਂ ਤੇ ਅੱਗੇ ਆਉਣ ਵਾਲੀਆਂ ਵੀ ਭੁਗਤਣਗੀਆਂ ਜੋ ਕੁਝ ਇਹਨਾਂ ਨੇ ਕੀਤਾ। ਸੁਖਬੀਰ ਬਾਦਲ ਜੀ, ਸ਼੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ਦਾ ਤੁਸੀਂ ਘਾਣ ਕੀਤਾ, ਇੱਕ ਬਦਮਾਸ਼ ਬਲਾਤਕਾਰੀ ਸਾਧ ਨੂੰ ਤੁਸੀਂ ਜਬਰਨ ਮਾਫੀਨਾਮਾ ਦਵਾਇਆ ਔਰ ਇਹ ਗੱਲ ਉਸ ਮਸੰਦ ਨੇ ਕਹੀ ਜਿਹੜਾ ਇਸ ਫਰਮਾਨ ਦੇਣ ਵਿੱਚ ਸ਼ਾਮਿਲ ਸੀ ਔਰ ਤੁਸੀਂ ਉਹਨੂੰ ਆਪਣੀ ਕੋਠੀ ਤੇ ਬੁਲਾਇਆ, ਕੋਠੀ 'ਚ ਬੁਲਾਇਆ, ਜਿਹੜਾ ਤਤਕਾਲੀ ਮਸੰਦ ਸੀ ਉੱਥੇ ਸ਼੍ਰੀ ਅਕਾਲ ਤਖਤ ਦਾ ਉਦੋਂ ਗੁਰਬਚਨਾ, ਉਹਦੀ ਧੋਣ ਤੇ ਗੋਡਾ ਰੱਖ ਕੇ ਤੁਸੀਂ ਉਹ ਮਾਫੀਨਾਮਾ ਲਿਖਵਾਇਆ। ਉਸ ਮਾਫੀਨਾਮੇ ਨੂੰ ਠੀਕ ਸਿੱਧ ਕਰਨ ਵਾਸਤੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦਾ ਗੁਰੂ ਦੀ ਗੋਲਕ ਦਾ ਉਜਾੜਾ ਕੀਤਾ ਔਰ ਇਹੀ ਨਹੀਂ, ਤੁਸੀਂ ਖੁਦ ਸ਼੍ਰੀ ਅਕਾਲ ਤਖਤ ਤੋਂ ਜਾਰੀ ਹੁਕਮਨਾਮਿਆਂ ਨੂੰ ਨਹੀਂ ਮੰਨਿਆ। ਗੁਰੂ ਦੀ ਗੋਲਕ ਦਾ ਤੁਸੀਂ ਕਥਿਤ ਤੌਰ ਤੇ ਆਪਣੇ ਸਿਆਸੀ ਮਫਾਦ ਵਾਸਤੇ ਦੁਰਉਪਯੋਗ ਕਰਦੇ ਰਹੇ ਤਾਂ ਤੁਸੀਂ ਕਹਿਣ ਕੀ ਜੋਗੇ ਹੋ? ਕਿਸੇ ਵੱਲ ਜਦੋਂ ਤੁਸੀਂ ਉਂਗਲ ਕਰਦੇ ਹੋ ਤੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਤਾਂ ਸੋਟਾ ਮਾਰ ਲਓ। ਬਿਲਕੁਲ ਬਿਲਕੁਲ, ਤੁਹਾਡੇ ਮੱਥੇ ਤੇ ਤਾਂ ਇੰਨੇ ਕਲੰਕ ਨੇ ਉਹ ਕਦੇ ਖਤਮ ਹੀ ਨਹੀਂ ਹੋ ਸਕਦੇ ਔਰ ਇਹੀ ਕਾਰਨ ਹੈ ਕਿ ਤੁਸੀਂ 2017 ਦੀਆਂ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਦਾ ਤਾਜ ਵੀ ਆਪਣੇ ਸਿਰ ਤੇ ਨਹੀਂ ਟਿਕਾ ਸਕੇ ਔਰ ਉਹ ਪਾਰਟੀ ਜਿਹੜੀ ਕੱਲ ਜੰਮੀ ਸੀਗੀ ਉਹਨੇ ਤੁਹਾਨੂੰ ਪੜਕਾ ਕੇ ਉਹ ਮਾਰਿਆ ਔਰ ਹੁਣ ਵੀ ਤੁਹਾਡੇ ਨਾਲ ਉਹ ਹਾਲ ਹੋਣਾ ਕਿਉਂਕਿ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਂਡ ਹੋਇਆ ਔਰ ਜਿਸ ਬੁੱਚੜ ਬੰਦੇ ਨੂੰ ਤੁਸੀਂ ਪੰਜਾਬ ਪੁਲਿਸ ਦਾ ਡੀਜੀਪੀ ਲਾਇਆ ਔਰ ਜਿਹਦੇ ਤੇ ਇਲਜ਼ਾਮ ਹੈ ਕਿ ਉਸਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਘੋਰ ਤਸੀਹੇ ਦੇ ਮਾਰਿਆ, ਠੀਕ, ਉਸ ਬੰਦੇ ਨੂੰ ਤੁਸੀਂ ਅੱਗੇ ਲਿਆਂਦਾ। ਇਹੋ ਜਿਹੇ ਦਾਗੀ ਜਿਹੜੇ ਬੰਦੇ ਸੀ ਉਹਨਾਂ ਨੂੰ ਤੁਸੀਂ ਖਿਲਤਾਂ ਬਖਸ਼ੀਆਂ, ਤੁਸੀਂ ਕੀ ਕਹਿਣ ਜੋਗੇ? ਜੀ
ਬਿਲਕੁਲ ਠੀਕ ਹੈ, ਕਿਉਂਕਿ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ, ਕੋਈ ਕਹਾਵਤ ਹੈ ਪੰਜਾਬੀ ਦੀ ਕਿ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਵੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਇੱਥੇ ਹਾਲਾਤ ਕੁਝ ਹੋ ਰਹੇ ਨੇ, ਦੂਜਿਆਂ ਨੂੰ ਕਹਿਣਾ ਜ਼ਿਆਦਾ ਸੌਖਾ ਹੁੰਦਾ ਤੇ ਆਪਣੇ ਬਾਰੇ ਵਿਚਾਰਨਾ ਜ਼ਰਾ ਜ਼ਿਆਦਾ ਹੀ ਬਿਲਕੁਲ ਔਖਾ ਹੁੰਦਾ ਹੈ। ਵੱਧਦੇ ਅਗਲੀ ਗੱਲਬਾਤ ਦੇ ਵੱਲ। ਕਿਸਾਨ ਮੋਰਚਾ 11 ਮਹੀਨੇ ਤੋਂ ਲੱਗਿਆ ਹੋਇਆ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਜਦੋਜਹਿਦ ਹੋ ਰਹੀ ਹੈ। ਹਜੇ ਤੱਕ ਕਿਸੇ ਵੀ ਤਰੀਕੇ ਦਾ ਕੋਈ ਹੱਲ ਜਿਹੜਾ ਹੈ ਨਹੀਂ ਹੋ ਰਿਹਾ। ਵੱਖੋ ਵੱਖਰੀ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਆਪਣਾ ਹੀ ਫਾਇਦਾ ਜਿਹੜਾ ਹੈ ਵਿਚਾਰਨ ਦੀ ਬਾਰ-ਬਾਰ ਗੱਲ ਕਰ ਰਹੀਆਂ ਨੇ, ਪਰ ਹਜੇ ਤੱਕ ਕਿਸੇ ਨੇ ਕਿਸਾਨੀ ਮੁੱਦੇ ਨੂੰ ਸੀਰੀਅਸਲੀ ਨਹੀਂ ਲਿਆ। ਹੁਣ ਗੱਲ ਮੈਂ ਕਰ ਰਹੀ ਹਾਂ ਇੱਕ ਇਹੋ ਜਿਹੇ ਵਿਅਕਤੀ ਦੀ, ਇੱਕ ਇਹੋ ਜਿਹੇ ਸ਼ਖਸ ਦੀ ਜਿਹੜਾ ਇਹ ਕਹਿ ਰਿਹਾ ਹੈ ਕਿ ਮੇਰਾ ਗੱਲਬਾਤ ਹੈ ਜਿਹੜੀ ਕਿ ਸਰਕਾਰ ਦੇ ਨਾਲ ਹੈ ਤੇ ਸਾਨੂੰ ਮੁੱਦਾ ਸੁਲਝਾਉਣ ਦਾ ਜਿਹੜਾ ਹੈ ਉਹਨਾਂ ਨੇ ਦਿੱਤਾ ਹੋਇਆ ਜ਼ਿੰਮੇਵਾਰੀ। ਕੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਕਿ ਇਹਨਾਂ ਨੂੰ ਮੁੱਦਾ ਸੁਲਝਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ ਸਰਕਾਰ ਨੇ? ਦੇਖੋ, ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਜਨ ਅੰਦੋਲਨ ਹੁੰਦਾ ਹੈ, ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਗੱਲ ਤਾਂ ਹਰ ਵਿਅਕਤੀ ਦੁਨੀਆ 'ਚ ਜਿੱਥੇ ਵੀ ਮਰਜ਼ੀ ਬੈਠਾ ਤੇ ਜਿਸ ਮਰਜ਼ੀ ਮੁਲਕ ਨਾਲ ਤਾਲੁਕ ਰੱਖਦਾ, ਉਹਨੂੰ ਇਹ ਗੱਲ ਸਮਝ ਆ ਗਈ ਹੈ ਕਿ ਇਹ ਦੁਨੀਆ ਦਾ ਸ਼ਾਇਦ ਪਹਿਲਾ ਇੰਨਾ ਲੰਮਾ ਇਤਿਹਾਸਕ ਅੰਦੋਲਨ ਹੈ ਜਿਹੜਾ ਨਿਰੋਲ ਕਿਸਾਨੀ ਨਾਲ ਸੰਬੰਧਿਤ ਹੈ। ਸਰਕਾਰ ਨੇ ਦੋ ਟੁਕ ਗੱਲ ਮੁਕਾਤੀ ਹੈ ਕਿ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਕਾਨੂੰਨ ਬਣਾਏ ਗਏ ਨੇ ਔਰ ਕਿਸੇ ਸੂਰਤ ਤੇ ਰੱਦ ਨਹੀਂ ਹੋਣੇ। ਹਾਂ, ਇਹਨਾਂ ਨੂੰ ਮਾੜਾ ਮੋਟਾ ਇੱਧਰ ਉੱਧਰ ਕੀਤਾ ਜਾ ਸਕਦਾ ਹੈ। ਇਹ ਬਾਰ-ਬਾਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿ ਰਹੇ ਨੇ, ਖੇਤੀਬਾੜੀ ਮੰਤਰੀ ਜਨਾਬ ਨਰਿੰਦਰ ਸਿੰਘ ਤੋਮਰ ਨੇ ਵੀ ਕਿਹਾ। ਪਰ ਜਦੋਂ ਸਰਕਾਰ ਨੇ ਦੇਖਿਆ ਕਿ ਗੱਲਬਾਤ ਕਿਸੇ ਤੋੜ ਨਹੀਂ ਲੱਗ ਰਹੀ ਔਰ ਫਿਰ ਡੈਡਲੌਕ ਹੈ, ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਜਿੰਨੇ ਗੇੜਾਂ ਦੀ ਵੀ ਹੋਈ, ਤਾਂ ਫਿਰ ਸਰਕਾਰ ਕੀ ਕਰਦੀ ਹੁੰਦੀ ਹੈ ਕਿ ਸਰਕਾਰ ਫਿਰ ਉਹ ਮੋਰੀਆਂ ਲੱਭਦੀ ਹੈ ਜਿਨ੍ਹਾਂ ਰਾਹੀਂ ਜਾਂ ਤਾਂ ਅੰਦੋਲਨ ਨੂੰ ਤਾਰ ਪੀੜੋ ਕੀਤਾ ਜਾਵੇ ਜਾਂ ਇਹਨਾਂ 'ਚ ਫੁੱਟ ਪਾਈ ਜਾਵੇ ਜਾਂ ਇਹਨਾਂ ਨੂੰ ਇਵੇਂ ਪ੍ਰਚਾਰਿਆ ਜਾਵੇ, ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਜਾਵੇ ਕਿ ਲੋਕਾਂ 'ਚ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਕਿਸਾਨ ਅੰਦੋਲਨ ਜਿਹੜਾ ਹੈ ਇੱਕ ਦਹਿਸ਼ਤਗਰਦ ਤਨਜ਼ੀਮ ਦਾ ਹਿੱਸਾ ਜਾਂ ਇਹ ਦੇਸ਼ ਨੂੰ ਵੰਡਣ ਵਾਲੇ ਪਾਸੇ ਨੂੰ ਵਧ ਰਿਹਾ ਹੈ ਜਾਂ ਇਹਦੇ ਵਿੱਚ ਖਾੜਕੂ ਅਨਸਰ ਨੇ ਜਾਂ ਦਹਿਸ਼ਤਗਰਦ ਨੇ ਜਾਂ ਖਾਲਿਸਤਾਨੀ ਨੇ। ਇਸ ਤਰ੍ਹਾਂ ਦੇ ਬੜੇ ਇਲਜ਼ਾਮ ਲੱਗੇ ਨੇ। ਹੁਣ ਕੀਤਾ ਕੀ ਫਿਰ ਸਰਕਾਰ ਨੇ? ਇੱਕ ਧਾਰਮਿਕ ਜਥੇਬੰਦੀ ਦੇ ਇੱਕ ਬੰਦੇ ਨੂੰ ਗੱਠ ਲਿਆ। ਸਾਜ਼ਿਸ਼ ਇਹ ਰਚੀ ਗਈ ਕਿ ਹੋਵੇ ਤਾਂ ਹੋਵੇ ਕਿਵੇਂ। ਜਿਹਨੂੰ ਗੱਠਿਆ ਉਹ ਕੋਈ ਮਤਲਬ ਇਹ ਨਹੀਂਗਾ ਕਿ ਉਹ ਬਹੁਤ ਵੱਡਾ ਮਤਲਬ ਕੋਈ ਜਿਸ ਧਾਰਮਿਕ ਜਥੇਬੰਦੀ ਨਾਲ ਤਾਲੁਕ ਰੱਖਦਾ ਉਹ ਤੇ ਬਹੁਤ ਮਤਲਬ ਉੱਚ ਅਧਿਆਤਮਕ ਅਵਸਥਾ ਵਾਲਾ। ਉਹ ਇੱਕ ਸਧਾਰਨ ਜਿਹਾ ਬੰਦਾ ਜਿਹੜਾ ਪੰਜਾਬੀ ਵੀ ਠੀਕ ਨਹੀਂ ਬੋਲਦਾ। ਜੀ ਬਿਲਕੁਲ ਠੀਕ। ਅੰਦੋਲਨ ਨੂੰ ਸ਼ਾਇਦ ਉਹ ਅੰਦੋਲਨ ਕਹਿ ਰਹੇ ਨੇ। ਹਾਂ, ਉਹ ਬੜਾ ਕੁਝ ਕਹਿੰਦਾ ਔਰ ਜਿਹੜੀਆਂ ਗੱਲਾਂ ਜਿਹੜੇ ਗ੍ਰੰਥਾਂ ਬਾਰੇ ਉਹ ਕਰਦਾ ਹੈ, ਮੈਂ ਇਹ ਗੱਲ ਕਹਿ ਸਕਦਾ ਵੀ ਇਹ ਉਹਦੇ ਪਿਤਾ ਸ਼੍ਰੀ ਵੀ ਨਹੀਂ ਮਤਲਬ ਉਹਦਾ ਉਚਾਰਨ ਕਰ ਸਕਦੇ। ਉਹ ਆਪ ਤਾਂ ਉਹਨੇ ਕਰਨਾ ਕੀ ਹੈ। ਉਸ ਬੰਦੇ ਨੂੰ ਇੱਕ ਸਾਜ਼ਿਸ਼ੀ ਢੰਗ ਨਾਲ ਲਾਲਚ ਦੇ ਕੇ, ਕਈ ਤਾਂ ਭਾਵੇਂ ਹੁਣ ਜਾਵੇ ਕਿ ਮੈਂ ਤਾਂ 1 ਰੁਪਈਆ ਨਹੀਂ ਲਿਆ, ਤੇ ਇੱਥੇ ਵੱਡੇ ਵੱਡੇ ਜਿਹੜੇ ਲਾਟੀ ਖਾਨ ਹੁੰਦੇ ਨੇ ਨਾ, ਉਹ ਦਮੜਿਆਂ ਦੀ ਬੋਰੀ ਦੇਖ ਕੇ ਨਾ ਆਪਣੇ ਹੋਸ਼ ਹਵਾਸ ਗੁੰਮ ਹੋ ਜਾਂਦੇ ਆ ਤੇ ਸਾਰਾ ਜੋ ਕੋਈ ਉਹਨਾਂ ਦਾ ਸਟੈਂਡ ਹੁੰਦਾ ਨਾ ਉਹ ਮਿੱਟੀ 'ਚ ਮਿਲ ਜਾਂਦਾ। ਫਿਰ ਉਹਦੇ ਨਾਲ ਉਹ ਬੰਦਾ ਜਿਹੜਾ ਉਦੋਂ ਵੀ ਜ਼ਿਆਦਾ ਜਿਹਦਾ ਅਤੀਤ ਖਤਰਨਾਕ ਹੈ। ਹੁਣ ਇਹ ਜੁਗਲਬੰਦੀ ਹੈ ਜਿਹੜੀ, ਇੱਕ ਪਾਸੇ ਉਹ ਬੰਦਾ ਹੈ ਜਿਹਨੂੰ ਆਪਾਂ ਕਹਾਂਗੇ ਕਿ ਬੁੱਚੜ ਤਬੀਅਤ ਦਾ ਬੰਦਾ, ਇੱਕ ਪਾਸੇ ਇਹ ਹੈ ਜਿਹੜਾ ਕਿ ਕਿਸੇ ਉਸ ਵਿਅਕਤੀ ਨੂੰ ਜਿਹਦੇ ਕੋਲੇ ਕੋਈ ਹਥਿਆਰ ਹੀ ਨਹੀਂ ਉਹਨੂੰ ਮਾਰਨ ਦਾ ਜ਼ਿੰਮਾ ਲੈ ਰਿਹਾ। ਔਰ ਤਸਵੀਰਾਂ ਜਿਹੜੀਆਂ ਨੇ ਉਹਨਾਂ ਵਿਅਕਤੀਆਂ ਨਾਲ ਨੇ, ਖਾਣਾ ਉਹਨਾਂ ਨਾਲ ਖਾਧਾ ਜਾ ਰਿਹਾ, ਗਲ ਦੇ ਵਿੱਚ ਸਰੋਪਾ ਉਹਨਾਂ ਤੋਂ ਲਿਆ ਜਾ ਰਿਹਾ। ਤੇ ਬਈ ਤੂੰ ਮੈਨੂੰ ਐਂ ਦੱਸ ਵੀ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਤੈਨੂੰ ਸਰਟੀਫਿਕੇਟ ਦਿੱਤਾ ਸੀ ਕਿ ਤੂੰ ਜਾ ਕੇ ਉਹਨਾਂ ਨਾਲ ਗੱਲ ਕਰ। ਇਹਦਾ ਮਤਲਬ ਇਹ ਹੈ ਕਿ ਤੂੰ ਇਸ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਵਾਸਤੇ ਇੱਕ ਸਾਜ਼ਿਸ਼ ਦਾ ਜਾਣਬੁੱਝ ਕੇ ਹਿੱਸਾ ਬਣਿਆ ਔਰ ਉਹ ਹੁਣ ਸਾਜ਼ਿਸ਼ ਫੜੀ ਗਈ ਹੈ। ਤੇ ਹੁਣ ਉਹ ਕਹਿ ਰਿਹਾ ਕਿ ਕੋਈ ਨਹੀਂ, ਸੱਚਾਈ ਸੰਸਾਰ ਦੇ ਸਾਹਮਣੇ ਰੱਖਾਂ। ਉਹ ਸੰਸਾਰ ਦੇ ਸਾਹਮਣੇ ਤੂੰ ਬਾਅਦ ਚ ਰੱਖੀ, ਪਹਿਲਾਂ ਕਿਸਾਨਾਂ ਦੀ ਜਥੇਬੰਦੀਆਂ ਦੇ ਅੱਗੇ ਤਾਂ ਰੱਖ ਲਾ, ਹਨਾ। ਉਹਦੇ ਕੋਲੇ ਕਹਿਣ ਨੂੰ ਕੁਝ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਨੂੰ ਲੱਗਦਾ ਹੁੰਦਾ ਹੈ ਕਿ ਜਦੋਂ ਸਾਰੇ ਹੀਲੇ ਚਾਰੇ ਹੁਣ ਫੇਲ ਹੋ ਗਏ ਨਾ, ਹੁਣ ਲਾਲਚੀ ਕਿਸਮ ਦੇ ਬੰਦਿਆਂ ਨੂੰ, ਹੁੱਲੜਬਾਜ਼ਾਂ ਨੂੰ, ਲੱਠ ਮਾਰਾਂ ਨੂੰ, ਇਹਨਾਂ ਨੂੰ ਆਪਣੇ ਚੁੰਗਲ ਚ ਲਾਓ ਤਾਂ ਕਿ ਇਹ ਜਿਹੜੀ ਤਨਜ਼ੀਮ ਹੈ ਇਹਨੂੰ ਬਦਨਾਮ ਕੀਤਾ ਜਾਵੇ। ਤਾਂ ਉਹ ਫੜੀ ਗਈ। ਉਹ ਫੜੀ ਹੋ ਗਈ ਕਿ ਬਹੁਤ ਸਾਰੀਆਂ ਗੱਲਾਂ ਦਾ ਇਹਨਾਂ ਕੋਲੇ ਜਵਾਬ ਕੋਈ ਨਹੀਂਗਾ ਕਿ ਜਦ ਤੁਸੀਂ ਇੱਕ ਬੰਦੇ ਨੂੰ ਫੜ ਲਿਆ ਤਾਂ ਤੁਸੀਂ ਉਹਨੂੰ ਕੁਝ ਨਹੀਂ ਪੁੱਛਿਆ। ਠੀਕ, ਉਹਨੂੰ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਉਹਦੇ ਤੇ ਇਸ ਤਰ੍ਹਾਂ ਦੇ ਘਾਤਕ ਵਾਰ ਕਰਕੇ ਉਹਨੂੰ ਕਤਲ ਕਰੋ। ਤਾਂ ਇਹ ਹੁਣ
ਅੰਦਰੋਂ ਕਾਣੇ ਨੇ ਤੇ ਬਾਹਰੋਂ ਕਾਣੇ ਨੇ, ਇਹ ਸਾਰੀ ਦੁਨੀਆ ਨੇ ਵੇਖ ਲਿਆ। ਇਹ ਦੁਨੀਆ ਨੂੰ ਕੀ ਵਿਖਾਊਗਾ ਜਿਹੜੀਆਂ ਗੱਲਾਂ ਕਰਦਾ ਵੀ ਮੈਂ ਦੁਨੀਆ ਸਾਹਮਣੇ ਰੱਖੂੰਗਾ? ਉਹਦੀ ਔਕਾਤ ਤਾਂ ਦੁਨੀਆ ਸਾਹਮਣੇ ਆ ਹੀ ਗਈ ਔਰ ਉਹਦੇ ਕੋਲੇ ਕੋਈ ਜਵਾਬ ਨਹੀਂ। ਜਦੋਂ ਬੇਬਾਕ ਪੱਤਰਕਾਰਾਂ ਨੇ ਉਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਸ ਗਰੇਵਾਲ ਨੂੰ ਕੋਸ਼ਿਸ਼ ਕੀਤੀ ਜਿਹੜਾ ਇਸ ਸਾਜ਼ਿਸ਼ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਸੀ, ਤਾਂ ਕਿਸੇ ਨੇ ਫੋਨ ਚੱਕਣ ਵੀ ਗਵਾਰਾ ਨਹੀਂ ਸਮਝਿਆ। ਇਹਦਾ ਮਤਲਬ ਇਹ ਹੈ ਕਿ ਇਸ ਸਾਜ਼ਿਸ਼ ਦੇ ਸਾਰੇ ਹਿੱਸੇਦਾਰ ਨੇ ਔਰ ਕਿਸਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਇਹਨਾਂ ਨੂੰ ਇਹ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਨਾ ਕਿ ਅਸੀਂ ਤਾਂ ਜੀ ਇੱਥੇ ਹੱਲ ਕਰਵਾਉਣ ਵਾਸਤੇ ਮਸਲਾ ਆਏ ਆ, ਇਹਨਾਂ ਨੂੰ ਉੱਥੋਂ ਜਿੰਨੀ ਜਲਦੀ ਹੋਵੇ ਚੱਲਦਾ ਕਰਨਾ ਚਾਹੀਦਾ, ਕਿਉਂਕਿ ਨਹੀਂ ਤਾਂ ਇਹ ਬੰਦੇ ਬਹੁਤ ਖਤਰਨਾਕ ਸਿੱਧ ਹੋਣਗੇ ਇਸ ਸ਼ਾਂਤੀ ਜਿਹੜੀ ਸ਼ਾਂਤਮਈ ਅੰਦੋਲਨ ਵਾਸਤੇ। ਇਹ ਜਿਹੜੀ ਲਹਿਰ ਚ ਹੁਣ ਤੱਕ ਕੋਈ ਇਸ ਤਰ੍ਹਾਂ ਦਾ ਹੜਕੰਬ ਨਹੀਂ ਮੱਚਿਆ। ਸ਼ੀਤਲ ਜੀ, ਗੱਲ ਇਹ ਸਮਝਣੀ ਚਾਹੀਦੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਮੁਜ਼ਾਹਰਾ ਕਰਦੇ ਨੇ, ਕਹਿੰਦੇ ਤਾਂ ਇਹ ਨੇ ਕਿ ਅਸੀਂ ਕਿਸਾਨ ਅੰਦੋਲਨ ਦੇ ਹੱਕ ਚ ਹਾਂ, ਇਹਦੇ ਵਾਸਤੇ ਅਸੀਂ ਜਾਨ ਵੀ ਕੁਰਬਾਨ ਕਰ ਦਿਆਂਗੇ। ਜਿਹੜਾ ਉਦੋਂ 26 ਜਨਵਰੀ ਵਾਲੇ ਦਿਨ ਨਾਟਕ ਹੋਇਆ ਸੀਗਾ ਔਰ ਉਹਦੇ ਵਿੱਚ ਜਿਹੜੇ ਮੁੰਡੇ ਸ਼ਾਮਿਲ ਸੀਗੇ ਉਹ ਹੁਣ ਵੀ ਨੇ, ਹੁਣ ਵੀ ਉਹੀ ਗੱਲ ਕਰਦੇ ਨੇ। ਪਰ ਗੱਲ ਇਹ ਜ਼ਾਹਿਰ ਹੋ ਗਈ ਹੈ ਕਿ ਇਹ ਬੰਦੇ ਸਾਰੇ ਜਿਹੜੇ ਇੱਕ ਵਿਸ਼ੇਸ਼ ਸਿਆਸੀ ਜਮਾਤ ਦੇ ਜ਼ਰ ਖਰੀਦ ਗੁਲਾਮ ਨੇ ਔਰ ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਨੌਜਵਾਨੀ ਨੂੰ ਭੜਕਾ ਕੇ ਗੁੰਮਰਾਹ ਕਰਕੇ ਇਸ ਕਿਸਾਨ ਅੰਦੋਲਨ 'ਚ ਵੜ ਕੇ ਇਸ ਨੂੰ ਖੁਰਦ-ਬੁਰਦ ਕੀਤਾ ਜਾਵੇ ਔਰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ। ਜੇ ਅੱਜ ਪੰਜਾਬ ਦੀ ਨੌਜਵਾਨੀ ਜਾਂ ਕਿਸਾਨ ਬਹੁ ਗਿਣਤੀ ਵਿੱਚ ਇਹਨਾਂ ਦੇ ਮਗਰ ਲੱਗ ਗਏ ਤਾਂ ਫਿਰ ਅਸੀਂ ਜ਼ਰੂਰ ਨੁਕਸਾਨ ਉਠਾਵਾਂਗੇ। ਬਿਲਕੁਲ ਬਿਲਕੁਲ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਇੰਨੇ ਮਹੀਨਿਆਂ ਤੋਂ ਚੱਲ ਰਿਹਾ ਹੈ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨੀ ਅੰਦੋਲਨ, ਉਹਨੂੰ ਕਿਸੇ ਤਰੀਕੇ ਨਾਲ ਉਹਦਾ ਟਰੈਕ ਪਲਟਣ ਦੇ ਲਈ ਸਾਜ਼ਿਸ਼ਾਂ ਬਾਰ-ਬਾਰ ਰਚੀਆਂ ਜਾ ਰਹੀਆਂ ਨੇ। ਸੋ ਇਹਦੇ ਲਈ ਬਹੁਤ ਜ਼ਿਆਦਾ ਜਿਹੜੇ ਆ ਸਾਨੂੰ ਕੰਨ ਆਪਣੇ ਖੜੇ ਰੱਖਣੇ ਜ਼ਰੂਰੀ ਨੇ ਤਾਂ ਕਿ ਜਿਹੜਾ ਸਾਡਾ ਅੰਦੋਲਨ ਹੈ ਉਹ ਕਦੀ ਆਪਣੀ ਜਗ੍ਹਾ ਤੋਂ ਭਟਕੇ। ਸੋ ਸਰ, ਵੱਧਦੇ ਆ ਅਗਲੇ ਇੱਕ ਵਿਸ਼ੇ ਵੱਲ। ਅਗਲਾ ਵਿਸ਼ਾ ਲਾਂਗੇ ਤੁਹਾਡਾ ਦੂਰਦਰਸ਼ਨ ਜਲੰਧਰ ਨਾਲ ਕਾਫੀ ਸਮਾਂ ਤੁਹਾਡਾ ਤਜਰਬਾ ਜਿਹੜਾ ਰਿਹਾ ਹੈ। ਸੋ ਪਹਿਲਾਂ ਦੂਰਦਰਸ਼ਨ ਦੇ ਉੱਤੇ ਹੀ ਆਪਾਂ ਗੱਲ ਕਰਦੇ ਹਾਂ, ਜਿਹੜੀਆਂ ਫਿਲਮਾਂ ਬਣਦੀਆਂ ਸੀ ਜਾਂ ਨਾਟਕ ਬਣਦੇ ਸੀ ਉਹ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ, ਸਾਡੇ ਵਿਰਸੇ ਨਾਲ ਜੁੜੇ ਸਨ। ਜਿਵੇਂ ਕਿ ਹੀਰ ਰਾਂਝੇ ਦਾ ਕਿੱਸਾ, ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਕਿਤਾਬਾਂ 'ਚ ਚੁੱਕੀਆਂ ਜਾਂਦੀਆਂ ਸੀ, ਉਹਨਾਂ ਦੇ ਉੱਤੇ ਬਹੁਤ ਸਾਰੇ ਫਿਲਮਾਂਕਨ ਜਿਹੜੇ ਕੀਤੇ ਜਾਂਦੇ ਸਨ। ਸੋ ਗੀਤ ਵੀ ਕੁਝ ਇਸੇ ਤਰੀਕੇ ਦੇ ਉਸ ਸਮੇਂ ਜਿਹੜੇ ਪਸੰਦ ਕੀਤੇ ਜਾਂਦੇ ਸਨ। ਸੋ ਲੋਕ ਬਹੁਤ ਪਸੰਦ ਕਰਦੇ ਸੀ। ਅੱਜ ਕੱਲ੍ਹ ਦੇ ਜੇਕਰ ਟੀਵੀ ਦੀ ਗੱਲ ਕੀਤੀ ਜਾਵੇ ਤਾਂ ਇਹੋ ਜਿਹੇ ਵਿਰਸੇ ਨਾਲ ਜੁੜੇ ਹੋਏ ਪ੍ਰੋਗਰਾਮ ਜਿਹੜੇ ਨੇ ਖਤਮ ਹੁੰਦੇ ਜਾ ਰਹੇ ਨੇ, ਗੀਤ ਜਿਹੜੇ ਨੇ ਇਹੋ ਜਿਹੇ ਆ ਹੀ ਨਹੀਂ ਰਹੇ। ਸੋ ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ ਕਿ ਸੱਭਿਆਚਾਰਕ ਪ੍ਰਦੂਸ਼ਣ ਹੈ ਜਿਹੜਾ ਬਹੁਤ ਵੱਧ ਗਿਆ। ਹੁਣ ਤੁਸੀਂ ਫਿਲਮਾਂ ਵੇਖੀਆਂ ਹੋਣੀਆਂ ਪੰਜਾਬੀ ਜੀ, ਕੁਝ ਇੱਕ ਫਿਲਮਾਂ ਨੇ ਜਿਹੜੀਆਂ ਬਹੁਤ ਵਧੀਆ ਸੰਦੇਸ਼ ਦਿੰਦੀਆਂ ਨੇ, ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ ਔਰ ਉਹਨਾਂ ਨੇ ਬੜੇ ਵਧੀਆ ਢੰਗ ਨਾਲ, ਬੜੇ ਖੂਬਸੂਰਤ ਢੰਗ ਨਾਲ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਪੇਸ਼ ਕੀਤੇ ਨੇ। ਜਦੋਂ ਅਸੀਂ ਦੂਰਦਰਸ਼ਨ 'ਚ ਸੀਗੇ ਤਾਂ ਅਸੀਂ ਬਹੁਤ ਵੱਡੇ ਸਕੇਲ ਤੇ, ਜਿਸ ਵੱਡੇ ਸਕੇਲ 'ਚ ਅਜੇ ਤੱਕ ਕੋਈ ਫਿਲਮ ਵੀ ਨਹੀਂ ਬਣੀ, ਸੰਦਲੀ ਪੈੜਾ ਸਾਡਾ ਇੱਕ ਪ੍ਰੋਗਰਾਮ ਹੁੰਦਾ ਸੀ ਦੂਰਦਰਸ਼ਨ ਜਲੰਧਰ ਦਾ, ਜਿਹਦਾ ਨਿਰਮਾਤਾ ਨਿਰਦੇਸ਼ਕ ਮੈਂ ਸੀ ਤੇ ਮੈਂ ਹੀ ਪ੍ਰੈਜ਼ੈਂਟ ਕਰਦਾ ਸੀ ਉਸ ਨੂੰ। ਜਿਹੜਾ ਸਾਡਾ ਪਹਿਲਾ ਪ੍ਰੋਗਰਾਮ ਸੀ ਮਾਨਸਾ ਜ਼ਿਲ੍ਹੇ ਵਿੱਚ ਔਤਾਂ ਵਾਲੀ ਪਿੰਡ ਸ਼ੂਟ ਕੀਤਾ ਸੀ, ਉਹਦੇ ਵਿੱਚ ਸਾਡੇ ਕੋਲ 40 ਕੈਮਲ ਸੀ, ਅਸੀਂ ਜਾਨ ਵਿਖਾਉਣੀ ਸੀ ਜੀ। ਸਾਡੇ ਕੋਲੇ 8 ਘੋੜੇ ਸੀ, 12 ਗੱਡੀਆਂ ਸੀ ਤੇ 10,000 ਲੋਕਾਂ ਦਾ ਇਕੱਠ ਸੀ ਜੀ। ਇੰਨੇ ਵੱਡੇ ਸਕੇਲ ਦੇ ਉੱਪਰ ਤਿਆਰ ਕੀਤਾ ਸੀ ਪ੍ਰੋਗਰਾਮ ਔਰ ਉਸ ਤੋਂ ਬਾਅਦ ਉਹ ਪ੍ਰੋਗਰਾਮ ਯਕਦਮ ਕਰੂਜ਼ ਤੇ ਚਲਾ ਗਿਆ ਔਰ ਇੱਕ ਟਾਈਮ ਉਹ ਵੀ ਆ ਗਿਆ ਫਿਰ ਜਦੋਂ ਜਿਹੜੀਆਂ ਘਰ ਦੀਆਂ ਸਵਾਣੀਆਂ ਸੀਗੀਆਂ ਉਸ ਦੇ ਹੀ ਰੋਟੀ ਬਣਾ ਕੇ ਟੀਵੀ ਦੇ ਅੱਗੇ ਬੈਠ ਜਾਂਦੀਆਂ ਸੀ। ਉਸ ਵੇਲੇ ਪਿੰਡਾਂ ਦੇ ਲੋਕਾਂ ਨੇ ਬੜਾ ਹੁੰਗਾਰਾ ਭਰਿਆ। ਸਾਡੇ ਨਾਲ ਕਲਾਕਾਰ ਬਹੁਤੇ ਨਹੀਂ ਹੁੰਦੇ ਸੀ, ਅਸੀਂ ਪਿੰਡਾਂ ਦੇ ਲੋਕ ਹੀ, ਥੋੜੀਆਂ ਜਿਹੀਆਂ ਲੜਕੀਆਂ ਹੁੰਦੀਆਂ, ਉਹਨਾਂ ਲੜਕੀਆਂ ਨੂੰ ਅਸੀਂ ਪਿੰਡ ਦੀਆਂ ਲੜਕੀਆਂ ਨਾਲ ਘੁਲ ਮਿਲ ਜਾਂਦੀਆਂ, ਉਹਨਾਂ ਨੂੰ ਲੈ ਆਉਂਦੇ ਤਾਂ ਪਿੰਡ ਵਾਲੇ ਬੜੇ ਸਹਿਯੋਗ ਕਰਦੇ ਸੀ। ਡਿਪੈਂਡ ਇਸ ਗੱਲ ਤੇ ਕਰਦਾ ਹੈ ਕਿ ਜਿਹੜਾ ਕੇਂਦਰ ਨਿਰਦੇਸ਼ਕ ਹੁੰਦਾ ਉਹ ਕਿਸ ਤਰ੍ਹਾਂ ਦੀ ਮਾਨਸਿਕਤਾ ਦਾ ਮਾਲਕ ਹੈ। ਇਹ ਸੰਦਲੀ ਪੈੜਾ ਪ੍ਰੋਗਰਾਮ ਜਿਹੜੇ ਡਾਇਰੈਕਟਰ ਨੇ ਸ਼ੁਰੂ ਕਰਾਇਆ ਸੀ ਸ਼੍ਰੀ ML ਪੰਡਿਤ ਜੀ, ਉਹ ਕਸ਼ਮੀਰ ਦੇ ਰਹਿਣ ਵਾਲੇ ਸਨ ਜੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਕੈਮਰਾ ਲੈ ਕੇ ਪਿੰਡਾਂ 'ਚ ਜਾਓ ਜਿੱਥੇ ਜੀਵਨ ਹੈ, ਜਿੱਥੇ ਪੰਜਾਬੀ ਸੱਭਿਆਚਾਰ ਦੇ ਜੀਵੰਤ ਦ੍ਰਿਸ਼ ਨੇ, ਤੁਸੀਂ ਉਹਨਾਂ ਨੂੰ ਪੇਸ਼ ਕਰੋ। ਚਲੋ, ਹੁਣ ਰਹੀ ਤੁਸੀਂ ਗੱਲ ਕੀਤੀ ਹੀਰ ਰਾਂਝੇ ਦੀ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ, ਸ਼੍ਰੀ ਫਰਿਆਦ, ਇਹਨਾਂ ਕਿੱਸਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਔਰ ਨਾ ਹੀ ਪਾਠਕ੍ਰਮ ਦੇ ਵਿੱਚ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਪੜ੍ਹਾਈ ਸਿਖਾਈ ਜਾਂਦੀ ਹੈ। ਹੀਰ ਬਾਰੇ ਬਹੁਤ ਸਾਰੇ ਲੋਕ ਕਹਿਣਗੇ, ਹੀਰ ਬਹੁਤ ਸਾਰੇ ਸਿੰਗਰਾਂ ਨੇ ਗਾਈ ਵੀ ਹੈ, ਹਿਨਾ ਨਸਰੁੱਲਾ ਨੇ ਗਾਈ ਹੈ, ਗੁਲਾਮ ਅਲੀ ਸਾਹਿਬ ਨੇ ਗਾਈ ਹੈ, ਲਤਾ ਮੰਗੇਸ਼ਕਰ ਨੇ ਗਾਈ ਹੈ, ਨਵੇਂ ਜਿਹੜੇ ਸਿੰਗਰ ਨੇ ਉਹਨਾਂ ਨੇ ਵੀ ਗਾਈ ਹੈ। ਹੀਰ ਨੂੰ ਸਮਝਣਾ ਤੇ ਹੀਰ ਨੂੰ ਪੜ੍ਹਨਾ, ਇਹਦੇ ਵਾਸਤੇ ਅਰਬੀ, ਫਾਰਸੀ
ਤੇ ਸ਼ੁੱਧ ਪੰਜਾਬੀ ਮੁਹਾਵਰੇ ਦਾ ਗਿਆਨ ਬਹੁਤ ਜ਼ਰੂਰੀ ਹੈ। ਜਿਵੇਂ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਦੋਂ ਹੀਰ ਨੂੰ ਆਪਾਂ ਸ਼ੁਰੂ ਕਰਦੇ ਹਾਂ ਤਾਂ ਉਦੋਂ ਅੱਬਲ ਹਮਦ ਖੁਦਾ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ, ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ, ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ, ਖੁੱਲੇ ਤਿੰਨਾਂ ਦੇ ਬਾਬ ਕਲੂਬ ਅੰਦਰ, ਕੀਤਾ ਜਿਨ੍ਹਾਂ ਨੇ ਇਸ਼ਕ ਕਬੂਲ ਮੀਆਂ। ਹੁਣ ਇਹ ਬਹੁਤ ਸਾਰੇ ਸ਼ਬਦ ਨੇ ਜਿਹੜੇ ਇਹਦੇ ਪਰਜੀ ਹੁੰਦੇ ਨੇ, ਔਰ ਇਹ ਬੰਦੇ ਨੂੰ ਛੇਤੀ ਕਿਤੇ ਸਮਝ ਨਹੀਂ ਆ ਸਕਦੇ। ਔਰ ਫਿਰ ਤੁਸੀਂ ਆਖਿਰ 'ਚ ਦੇਖੋ, ਹੀਰ ਮੋਈ ਨੂੰ ਚੌਥਾ ਪਹਿਰ ਹੋਇਆ, ਉਹਨਾਂ ਦਫਨ ਕਰ ਖਤ ਲਿਖਾਇਆ ਈ, ਵਲੀ ਗੌਸ ਤੇ ਕੁਤਬ ਸਭ ਹਨ ਮੋਏ, ਇਹ ਧੁਰੋਂ ਹੀ ਹੁੰਦੜਾ ਆਇਆ ਈ, ਕੁਲੂ ਸ਼ਾਇਨ ਹਾਲਕੁਨ ਇল্লাল্লাহੂ ਹੁਕਮ ਵਿੱਚ ਕੁਰਾਨ ਦੇ ਆਇਆ ਈ। ਫਾਰਸੀ ਭਾਸ਼ਾ ਜਿਹੜੀ ਦੇਖੋ, ਕੁਲੂ ਸ਼ਾਇਨ, ਕੁਲੂ ਮੈਨੇ ਕੁਲ, ਸ਼ਾਇਨ ਮੈਨੇ ਸ਼ਾਇਆ, ਕੁਲੂ ਸ਼ਾਇਨ ਹਾਲਕੁਨ, ਸਭ ਕੁਝ ਖਤਮ ਹੋ ਜਾਊਗਾ, ਬਚੂ ਕੌਣ? ਪਰਮਾਤਮਾ ਰੱਬ ਅੱਲਾ। ਠੀਕ। ਹੁਣ ਜਿਹਨੂੰ ਇਸ ਭਾਸ਼ਾ ਦਾ ਗਿਆਨ ਨਹੀਂ, ਅਰਬੀ ਦਾ ਗਿਆਨ ਨਹੀਂ, ਕਿਉਂਕਿ ਕੁਰਾਨ ਨੂੰ ਬੜਾ ਕੋਟ ਕੀਤਾ ਹੈ ਸੈਯਦ ਵਾਰਿਸ ਸ਼ਾਹ ਹੋਰਾਂ ਨੇ, ਤਾਂ ਜਿੰਨੀ ਦੇਰ ਤੱਕ ਅਸੀਂ ਆਪਣੇ ਸੱਭਿਆਚਾਰ ਦੇ ਇਹਨਾਂ ਖੂਬਸੂਰਤ ਰੰਗਾਂ ਨੂੰ ਪਹਿਚਾਣਦੇ ਨਹੀਂ ਔਰ ਰੂਹ ਤੱਕ ਜਾਣਦੇ ਨਹੀਂ, ਉਨੀ ਦੇਰ ਤੱਕ ਸਾਨੂੰ ਪੰਜਾਬੀ ਸੱਭਿਆਚਾਰ ਦੇ ਸੰਬੰਧ ਵਿੱਚ ਕੋਈ ਗੱਲ ਕਰਨ ਦੀ ਮਤਲਬ ਇਜਾਜ਼ਤ ਨਹੀਂ। ਕਿਉਂਕਿ ਜਾਂ ਤਾਂ ਸਾਨੂੰ ਜੇ ਗਿਆਨ ਹੈ ਤਾਂ ਅਸੀਂ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਈਏ। ਹੁਣ ਸੈਯਦ ਵਾਰਿਸ ਸ਼ਾਹ ਤਾਂ ਉਹ ਭੰਡਾਰ ਨੇ ਕਿ ਕਈ ਵਾਰੀ ਬੰਦੇ ਨੂੰ ਇੰਨੀ ਹੈਰਾਨੀ ਹੁੰਦੀ ਆ ਕਿ ਇਸ ਬੰਦੇ ਦੀ ਨੌਲੇਜ ਦਾ, ਗਿਆਨ ਦਾ ਕੋਈ ਹੱਦ, ਕੋਈ ਸੀਮਾ ਹੀ ਨਹੀਂ। ਕਹਿੰਦੇ ਕਦੇ ਕਚਕੜਾ ਲਾਲ ਨਾ ਹੋਏ ਜਾਂਦਾ, ਵਿੱਚ ਲਾਲਾਂ ਦੇ ਜੇ ਪਰੋਈਏ ਜੀ। ਕਚਕੜਾ ਦੇਖੋ, ਜੇ ਕਹਾਂ ਮੈਂ ਕੱਚ ਤਾਂ ਹੋਰ ਤਰ੍ਹਾਂ ਲੱਗਦਾ ਨਾ, ਉਹਨਾਂ ਨੇ ਕੱਚ ਨੂੰ ਕਿਸ ਤਰ੍ਹਾਂ ਵਰਤਿਆ? ਕਚਕੜਾ। ਮੁੱਲਾ ਆਖਦਾ ਚੁੰਡੀਆਂ ਵੇਖਦਿਆਂ, ਪਟੇ ਦੂਰ ਕਰ ਹੱਕ ਮਨਜ਼ੂਰ ਹੋਏ, ਇੱਥੇ ਲੁੱਚਿਆਂ ਦੀ ਕੋਈ ਥਾਂ ਨਹੀਂ ਜੀ। ਇਹ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਸੈਯਦ ਵਾਰਿਸ ਸ਼ਾਹ ਵਰਤਦੇ ਨੇ। ਜਦੋਂ ਸਾਹਿਤੀ ਨੂੰ ਰਾਂਝਾ ਮਿਲਦਾ ਹੈ, ਉਹ ਬਣ ਕੇ ਆਉਂਦਾ ਨਾ, ਜੋਗੀ ਬਣ ਕੇ ਆਉਂਦਾ ਹੈ, ਤਾਂ ਸਾਹਿਤੀ ਬੜੀ ਚੰਚਲ ਵਿਖਾਈ ਹੈ ਕਿ ਉਹ ਆ ਕੇ ਹੀਰ ਨੂੰ ਦੱਸਦੀ ਹੈ, ਜਦੋਂ ਉਹ ਹੀਰ ਕੋਲੇ ਪਹੁੰਚਦਾ, ਕਹਿੰਦੀ ਚੱਕੀ ਖਾਨਿਆਂ ਵਿੱਚ ਧਮਾਲ ਪੈਂਦੀ, ਇਹਦੀ ਧੁੰਮ ਤਨੂਰ ਤੇ ਭੱਠ ਹੈ ਨਹੀਂ, ਕਮਜ਼ਾਤ ਕੋ ਪੱਤੜਾ ਵੱਡਾ ਕੰਜਰ, ਡੱਬੀਪੁਰੇ ਦੇ ਨਾਲ ਦਾ ਛੱਟ ਹੈ ਨਹੀਂ, ਵਾਰਿਸ ਸ਼ਾਹ ਨਾ ਇਹਦਾ ਰਸ ਮਿੱਠਾ ਹੈ, ਤਾਂ ਕਾਠੇ ਕਮਾਦ ਦੀ ਗੱਠ ਹੈ ਨਹੀਂ। ਤੋ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਅਸੀਂ ਇਹਨਾਂ ਕਿੱਸਿਆਂ ਤੋਂ ਮਹਿਰੂਮ ਰਹੇ, ਜੇ ਅਸੀਂ ਇਹਨਾਂ ਦੀਆਂ ਖੂਬਸੂਰਤੀਆਂ ਤੋਂ ਬੇਲਾਗ ਰਹੇ, ਤਾਂ ਫਿਰ ਪੰਜਾਬ 'ਚ ਰਹਿ ਕੇ ਵੀ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਕਦੇ ਸਮਝ ਨਹੀਂ ਸਕਦੇ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਰੰਗਾਂ ਦੇ ਵਿੱਚ ਰੰਗੀਏ, ਇਹਨਾਂ ਚੀਜ਼ਾਂ ਨੂੰ ਪਹਿਚਾਣੀਏ, ਇਹ ਸ਼ਬਦਾਵਲੀ ਨੂੰ ਸਮਝੀਏ, ਤਾਂ ਹੀ ਅਸੀਂ ਆਪਣੇ ਸੱਭਿਆਚਾਰ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹਾਂ। ਸੋ ਇਸ ਦੇ ਨਾਲ ਹੀ ਸਰ, HSN TV ਦੇ ਉੱਤੇ ਚੰਗੇਰ ਪ੍ਰੋਗਰਾਮ ਹੁਣ ਕੱਲ ਫਿਰ ਹਾਜ਼ਰ ਹੋਵਾਂਗੇ ਲੈ ਕੇ, ਨਵੇਂ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਤਦ ਤੱਕ ਦੇ ਲਈ ਮੈਨੂੰ ਸ਼ੀਤਲ ਠਾਕੁਰ ਨੂੰ ਤੇ ਸਰ ਬਲਜੀਤ ਸਿੰਘ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।